एएनबी न्यूज़ में ਤੁਹਾਡਾ ਸਵਾਗਤ ਹੈ। ਕਰੋਨਾ ਮਹਾਮਾਰੀ ਚੱਲ ਰਹੀ ਹੈ, ਜਿਸ ਦਾ ਸਾਰਿਆਂ ਨੂੰ ਪਤਾ। ਇਹਦੇ ਨਾਲ ਡੂਰਿੰਗ ਕਰੋਨਾ ਔਰ ਕਰੋਨਾ ਤੋਂ ਬਾਅਦ ਜਿਹੜੇ ਪ੍ਰਭਾਵ ਪੈਣੇ ਨੇ ਸਮਾਜ ਤੇ ਉਹ ਬਹੁਤ ਖਤਰਨਾਕ ਆ। ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਵੀ ਬਹੁਤ ਜ਼ਿਆਦਾ ਦੇਸ਼ ਦੀ ਸੂਬਿਆਂ ਦੀ ਜਿਹੜੀ ਅਰਥ ਵਿਵਸਥਾ ਵਿਗੜ ਚੁੱਕੀ ਹੈ। ਸਰਕਾਰਾਂ ਨਿੱਘੀਆਂ ਹੋ ਚੁੱਕੀਆਂ ਨੇ, ਸਰਕਾਰਾਂ ਲੋਕਾਂ ਕੋਲ ਹੀ ਦਾਨ ਮੰਗ ਰਹੀਆਂ ਹਨ ਤੇ ਜਿਹੜੇ ਸਰਕਾਰਾਂ ਨੇ ਬਜਟ ਪੇਸ਼ ਕੀਤੇ ਸੀ ਉਹ ਹਜੇ ਪਹਿਲਾ ਮਹੀਨਾ ਚੜ੍ਹਿਆ ਹੈ ਤੇ ਸਰਕਾਰ ਕਹਿੰਦੀ ਪੈਸੇ ਨਹੀਂ ਹੈਗੇ, ਕਟੌਤੀਆਂ ਹੋ ਰਹੀਆਂ। ਲੇਕਿਨ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਖੇਤੀ ਪ੍ਰਧਾਨ ਸੂਬਾ ਪੂਰੀ ਦੀ ਪੂਰੀ ਜਿਹੜੀ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਉਹ ਖੇਤੀ ਦੇ ਨਾਲ ਸਿੱਧੇ ਤੌਰ ਤੇ ਜੁੜੀ ਹੈ। ਔਰ ਪੰਜਾਬ ਦੀਆਂ ਜ਼ਮੀਨ 'ਚੋਂ, ਪੰਜਾਬ ਦੀਆਂ ਪੈਲੀਆਂ 'ਚੋਂ ਜਿਹੜਾ ਸੋਨਾ ਨਿਕਲਦਾ, ਮਤਲਬ ਜਿਹੜੀ ਕਣਕ ਨਿਕਲਦੀ ਹੈ, ਜੇ ਕਹਿ ਰਹੇ ਜਿਹੜੇ ਪੰਜਾਬ ਦੇ ਵਿਕਾਸ ਜਿਹੜੀ ਆ ਉਹਦੇ 'ਚ ਪ੍ਰਵਾਸੀ ਮਜ਼ਦੂਰਾਂ ਦਾ ਵੀ ਪਸੀਨਾ, ਉਸ ਪਸੀਨੇ ਦੀ ਕਮਾਈ ਪੰਜਾਬ ਕਮਾਉਂਦਾ। ਪਰ ਹੁਣ ਜਿਸ ਤਰ੍ਹਾਂ ਕਰੋਨਾ ਫੈਲਿਆ, ਇਹਦੇ ਨਾਲ ਬਹੁਤ ਸਾਰੇ ਜਿਹੜੇ ਪ੍ਰਵਾਸੀ ਮਜ਼ਦੂਰ ਆ, ਸਰਕਾਰਾਂ ਨੇ ਪ੍ਰਬੰਧ ਕੀਤਾ। ਸੋਨੀਆ ਗਾਂਧੀ ਨੇ ਹੁਕਮ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਕਿ ਉਹਨਾਂ ਦੀ ਟ੍ਰੇਨ ਦਾ ਜਿਹੜਾ ਭਾੜਾ ਹੈਗਾ ਵਾ ਉਹ ਕਾਂਗਰਸ ਪਾਰਟੀ ਉਠਾਏਗੀ। ਹੁਣ ਪ੍ਰਵਾਸੀ ਮਜ਼ਦੂਰ ਪੰਜਾਬ ਛੱਡ ਕੇ ਜਾ ਰਹੇ ਨੇ ਔਰ ਅੰਕੜੇ ਕੀ ਕਹਿੰਦੇ ਕਿ ਇਹ ਵੀ ਸਮਝਣ ਦਾ ਯਤਨ ਕਰਾਂਗੇ ਤੇ ਨਾਲ ਦੀ ਨਾਲ ਘਰ ਘਰ ਤੇ ਰੁਜ਼ਗਾਰ ਮਿਲਿਆ ਨਹੀਂ, ਲੇਕਿਨ ਸਰਕਾਰ ਨੇ ਆਪਣੀ ਜੇਬ ਭਰਨ ਵਾਸਤੇ ਘਰ ਘਰ ਹੁਣ ਸ਼ਰਾਬ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ। ਇਹਨਾਂ ਦੋਨਾਂ ਮੁੱਦਿਆਂ ਤੇ ਹੀ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਅਮਿਤ ਸਿੰਘ। ਤੇ ਮੇਰਾ ਪਹਿਲਾ ਸਵਾਲ ਆ ਕਿ ਪ੍ਰਵਾਸੀ ਮਜ਼ਦੂਰ ਪੰਜਾਬ ਵਾਸਤੇ ਬਹੁਤ ਵੱਡਾ ਰੋਲ ਰਿਹਾ, ਉਹ ਜਾ ਰਹੇ ਨੇ, ਤਾਂ ਲੱਗਦਾ ਕਿ ਇਹਦੇ ਨਾਲ ਪੰਜਾਬ ਦੀ ਜਿਹੜੀ ਸਮਾਜਿਕ ਤਾਣਾ-ਬਾਣਾ, ਜਿਹੜੀ ਅਰਥ ਵਿਵਸਥਾ ਉੱਤੇ ਅਸਰ ਪਏਗਾ? ਹਾਂ, ਬਿਲਕੁਲ। ਉਹ ਤਾਂ ਸੁਭਾਵਿਕ ਹੀ ਹੈ ਕਿਉਂਕਿ ਅਸਰ ਪੈਣਾ। ਪੰਜਾਬ ਦੇ ਮੁੱਖ ਮੰਤਰੀ ਦੇ ਆਪਣੇ ਕਹਿਣ ਮੁਤਾਬਕ 13 ਲੱਖ ਦੀ ਫਿਗਰ ਹੈ ਕਿ 13 ਲੱਖ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਹੈ। ਅਜੇ ਇਸ 13 ਲੱਖ ਤੋਂ ਇਲਾਵਾ ਵੀ ਜਿਹੜੇ ਆਉਂਦੇ ਹੁੰਦੇ ਸੀ ਸੀਜ਼ਨ 'ਚ ਵੀ ਕਣਕ ਵੱਢਣ ਆ ਜਾਓ, ਝੋਨਾ ਲਾ ਕੇ ਵਾਪਸ ਚਲੇ ਜਾਓ, ਇਹੋ ਜਿਹਾ ਸੈਕਸ਼ਨ ਵੀ ਸੀ, ਉਹ ਆ ਹੀ ਨਹੀਂ ਪਾਇਆ। ਇਹ 13 ਲੱਖ ਤਾਂ ਲਗਭਗ ਉਹ ਹੈ ਜਿਹੜਾ ਕਾਫੀ ਸਥਾਈ ਰੂਪ ਦੇ ਵਿੱਚ ਰਹਿੰਦਾ ਹੈ। ਇਹਦੇ 'ਚੋਂ ਕਾਫੀ ਵੱਡਾ ਹਿੱਸਾ ਕੁਛ ਖੇਤੀ ਵਾਲਾ ਵੀ ਹੈ ਤੇ ਕੁਝ ਬਹੁਤ ਜਿਹੜੀਆਂ ਛੋਟੀਆਂ ਤੇ ਮੱਧਮ ਵਰਗ ਦੀਆਂ ਉਦਯੋਗ ਨੇ, ਛੋਟੇ ਜਿਹੜੇ ਕੰਮ ਕਰਦੇ, ਜਿਵੇਂ ਲੁਧਿਆਣੇ 'ਚ ਬਹੁਤ ਨੇ, ਜਲੰਧਰ ਦੇ ਵਿੱਚ ਸਪੋਰਟਸ ਇੰਡਸਟਰੀ ਤੋਂ ਲੈ ਕੇ ਵੱਖ-ਵੱਖ ਕਿਸਮ ਦੇ ਨੇ, ਹੋਰ ਛੋਟੇ-ਛੋਟੇ ਕਸਬਿਆਂ 'ਚ ਵੀ ਸਾਰੇ ਕਿਤੇ ਹੀ ਕਾਫੀ ਗਿਣਤੀ ਦੇ ਵਿੱਚ ਰਹਿ ਰਹੇ ਨੇ। ਔਰ ਇਹ ਜਿਹੜਾ ਇੱਕ ਸਾਰਾ ਸੈਟਅਪ ਹੈ, ਹੁਣ ਇਸੇ ਕਰਕੇ ਸਮੱਸਿਆ ਆ ਰਹੀ ਹੈ। ਤੁਸੀਂ ਇਹ ਕਹਿਤਾ ਇੰਨੇ ਲੰਮੇ ਲਾਕਡਾਊਨ ਤੋਂ ਬਾਅਦ ਕਿ ਛੋਟਾ ਉਦਯੋਗ ਤੇ ਉਹ ਸਟਾਰਟ ਕਰ ਲਓ, ਤੇ ਨਾਲ ਹੀ ਅਜੇ ਕੱਲ੍ਹ ਦੀ ਚੀਫ ਮਿਨਿਸਟਰ ਨੇ ਇਹ ਕਿਹਾ ਕਿ ਸਾਡੇ 1.5% ਹੀ ਉਦਯੋਗ ਚੱਲ ਰਹੇ ਨੇ। ਉਹਦਾ ਕਾਰਨ ਇਹ ਹੈ ਕਿ ਉਦਯੋਗ ਆਪਣੇ ਆਪ ਕਿਵੇਂ ਚੱਲ ਪੈਣਗੇ। ਹੁਣ ਇੱਕ ਤਰ੍ਹਾਂ ਦੀ ਇਹ ਜਿਹੜੀ ਮੁਹਾਰਤ ਹਾਸਲ ਲੇਬਰ ਬਣ ਗਈ ਸੀ ਖੇਤੀ। ਜਦੋਂ ਬੰਦਾ ਇੱਕ ਫੈਕਟਰੀ 'ਚ ਕੰਮ ਜਾਂਦਾ ਜਾਂ ਕਿਤੇ ਇੱਕ ਕਿੱਤੇ 'ਚ ਕੰਮ ਲਾਉਂਦਾ, ਉਹ ਟ੍ਰੇਨਡ ਹੋ ਜਾਂਦਾ। ਉਹ ਇੱਕ ਟਾਈਪ ਦਾ ਮਤਲਬ ਕੁਸ਼ਲ ਗੈਰ ਮੁਹਾਰਤ ਸੁਧਾ ਨਹੀਂ ਰਹਿੰਦਾ, ਉਹ ਮਾਹਰ ਬਣ ਜਾਂਦਾ, ਸਕਿਲਡ ਬਣ ਜਾਂਦਾ ਜਿਹਨੂੰ ਅਸੀਂ ਕਹਿੰਦੇ ਹਾਂ। ਉਹ ਇੱਕ ਲੇਬਰ ਹੈ। ਦੂਜੀ ਗੱਲ ਇਹ ਵੀ ਸੀ ਕਿ ਇੰਡਸਟਰੀਲਿਸਟਾਂ ਨੂੰ ਵੀ ਇਹ ਲੱਗਦਾ, ਪੱਕੀ ਗੱਲ ਹੈ, ਕਿ ਉਹ ਸਸਤੀ ਵੀ ਹੈ ਲੇਬਰ ਮੁਕਾਬਲਤਨ ਦੂਜੀ ਲੇਬਰ ਦੇ। ਔਰ ਉਹਨਾਂ ਦਾ ਰਿਹਾਇਸ਼ ਦਾ ਜਿਹੜਾ ਸਿਸਟਮ ਹੈ, ਜਿਵੇਂ ਆਮ ਤੌਰ ਦੇ ਉੱਤੇ ਹੀ ਹੈ ਵੀ ਇੱਕ ਛੋਟੇ ਕਮਰੇ 'ਚ ਜ਼ਿਆਦਾ ਬੰਦੇ ਵੀ ਰਹਿ ਜਾਓ। ਪੰਜਾਬ ਦਾ ਇੱਕ ਇੰਨਾ ਕੁ ਵਿਕਾਸ ਹੋ ਗਿਆ ਸੀ ਕਿ ਹਰ ਪੰਜਾਬੀ ਬੰਦਾ ਘੱਟੋ ਘੱਟ 2 ਕਮਰੇ ਤਾਂ ਭਾਲਦਾ ਹੀ ਹੈ, ਉਹਦਾ ਪਰਿਵਾਰ ਵੀ ਉੱਥੇ ਰਹਿੰਦਾ ਅਤੇ ਉਨੀ ਕੁ ਫਿਰ ਲੇਬਰ ਉਸ ਲੈਵਲ ਦਾ ਸੈਟਅਪ ਵੀ ਹੈ। ਇਹ ਸੇਮ ਗੱਲ ਹੈ ਜਿਵੇਂ ਸਾਡੇ ਬਹੁਤ ਬੱਚੇ ਜਾਂਦੇ ਨੇ ਕੈਨੇਡਾ ਅਮਰੀਕਾ ਵੀ। ਕੈਨੇਡਾ ਅਮਰੀਕਾ ਜਾ ਕੇ ਉਹ ਦਿਹਾੜੀ ਕਰਦੇ ਨੇ, ਅਤੇ ਦਿਹਾੜੀ ਕਰਕੇ ਬੇਸਮੈਂਟ ਦੇ ਵਿੱਚ ਹੀ 20 ਬੰਦੇ ਇਕੱਠੇ ਰਹੀ ਜਾ ਰਹੇ ਨੇ ਵੀ ਚਲੋ ਇਕੱਠਾ ਲੈ ਲਓ। ਇੱਕ ਦੀ ਹੁਣ ਡਿਊਟੀ ਹੈ, ਦੂਜੇ ਛੱਡ ਕੇ ਚਲੇ ਜਾਣਗੇ, ਦੂਜੇ ਸੌਂ ਜਾਣਗੇ ਬਦਲ ਕੇ, ਕਿਉਂਕਿ ਉਹਦੇ ਨਾਲ ਕਾਸਟ ਘਟਦੀ ਹੈ, ਉਹਦੇ ਨਾਲ ਖਰਚਾ ਘਟਦਾ ਅਤੇ ਬੱਚਤ ਹੋ ਜਾਂਦੀ ਹੈ ਥੋੜ੍ਹੀ ਬਹੁਤ, ਆਪਦਾ ਗੁਜ਼ਾਰਾ ਜਿਹੜਾ ਉਸ ਲੈਵਲ 'ਤੇ ਚੱਲਦਾ। ਹੁਣ ਇਹ ਕਾਫੀ ਲੰਮਾ ਚੱਲਣ ਤੋਂ ਬਾਅਦ ਮੈਨੂੰ ਲੱਗਦਾ ਇਕੱਲਾ ਇੱਕੋ ਇੱਕ ਗੱਲ ਇਹ ਨਹੀਂ ਕਿ ਇਹ ਤਾਂ ਬਹੁਤ ਵੱਡਾ ਕਾਰਨ ਹੈਗਾ ਹੀ ਹੈ ਕਿ ਉਹਨਾਂ ਦੀ ਰੋਜੀ ਰੋਟੀ ਖੁੱਸ ਗਈ, ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਪ੍ਰਧਾਨ ਮੰਤਰੀ ਨੇ ਚਾਹੇ ਕਹਿਤਾ ਆਪਣੇ ਬਿਆਨ ਦੇ ਵਿੱਚ ਕਿ ਇਨ ਤਨਖਾਹਾਂ ਦਿੱਤੀਆਂ ਜਾਣ, ਪਰ ਤਨਖਾਹਾਂ ਕੌਣ ਦਿੰਦਾ ਹੈ? ਮਾੜਾ ਮੋਟਾ ਕਿਸੇ ਨੇ ਦੇਤੀ ਕੁਛ ਸਮੇਂ ਲਈ, ਤੇ ਉਸ ਤੋਂ ਬਾਅਦ ਕਿੱਥੇ ਹੈ? ਪ੍ਰਧਾਨ ਮੰਤਰੀ ਕਹਿੰਦੇ ਕਿ ਤਨਖਾਹ ਦਿੱਤੇ ਜਾਣ, ਲੇਕਿਨ ਆਪ ਜਿਹੜੇ ਫੌਜ ਜੀ ਆ ਉਹਨਾਂ ਦਾ ਵੀ ਡੀਏ ਕੱਟ ਲਿਆ ਗਿਆ। ਕਿਸੇ ਦਾ ਵੀ ਮਤਲਬ ਆਪ ਤੁਸੀਂ ਪੈਸੇ ਹੀ ਨਹੀਂ ਦੇ ਰਹੇ, ਕਿਉਂਕਿ ਦੁਨੀਆ ਦੇ ਵਿੱਚ ਤਾਂ ਇਹ ਕਿਹਾ ਜਾ ਰਿਹਾ ਨਾ। ਔਰ ਈਵਨ ਸਾਡੇ ਜਿਹੜੇ ਬੰਦੇ ਨੇ ਜਿਹੜੇ ਮਾਹਰ ਨੇ, ਚਾਹੇ ਉਹ ਰਘੂ ਰਾਮ ਰਾਜਨ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਨੇ, ਚਾਹੇ ਉਹ ਸਾਡੇ ਅਭਿਜੀਤ ਮੁਖਰਜੀ ਜਿਹੜਾ ਨੋਬਲ ਪ੍ਰਾਈਜ਼ ਵਾਲੇ ਨੇ, ਚਾਹੇ ਉਹ ਅਮਰਤਿਆ ਸੇਨ ਨੇ, ਜਿੰਨੇ ਵੀ ਵੱਡੇ ਬੰਦੇ ਜਿਹੜੇ ਅਰਥ ਵਿਵਸਥਾ ਨੂੰ ਸਾਡੇ ਵਰਗੇ ਦੇਸ਼ ਦੀ ਨੂੰ ਸਮਝਦੇ ਨੇ, ਉਹ ਸਭ ਨੇ ਕਿਹਾ ਕਿ ਗੌਰਮੈਂਟ ਆਫ ਇੰਡੀਆ ਨੂੰ ਇਹ ਚਾਹੀਦਾ ਹੈ ਵੀ ਜੇ ਦੂਜੇ ਵਿਕਸਿਤ ਦੇਸ਼ਾਂ ਵਾਂਗ 10% GDP ਦਾ ਨਹੀਂ ਦੇ ਸਕਦੀ ਪੈਕੇਜ ਦੇ ਤੌਰ 'ਤੇ, ਤਾਂ 5% ਤਾਂ ਦਿਓ। ਤੁਸੀਂ 5% ਵੀ ਦੇ ਨਹੀਂ ਰਹੇ, ਨਾ ਕਿਤੇ ਹੇਠਾਂ ਨਾ ਕਿਤੇ ਹੋਰ, ਕਿਸੇ ਨੂੰ ਕੁਛ ਨਹੀਂ ਦਿੱਤਾ। ਕਿਸਾਨਾਂ ਲਈ ਬੋਨਸ ਮੰਗਿਆ, ਪੰਜਾਬ ਗੌਰਮੈਂਟ ਨੇ ਵੀ ਮੰਗਿਆ ਕਿ ਜੇ ਤੁਸੀਂ ਠੀਕ ਹੈ ਹੁਣ
ਇੱਕ ਤਾਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਦੇਸ਼ ਦੀ ਸਰਕਾਰ ਨੂੰ ਕਿ ਬਾਵਜੂਦ ਸਭ ਕੰਮ ਠੱਪ ਹੋਏ ਘੱਟੋ ਘੱਟ ਭੁੱਖਾ ਨਹੀਂ ਮਰੂਗਾ ਦੇਸ਼, ਠੀਕ ਠਾਕ ਅਨਾਜ ਪੈਦਾ ਹੋ ਗਿਆ ਹੈ। ਤੇ ਇਹ ਉਸ ਗੱਲ ਲਈ ਹੁਣ ਸਾਡੇ ਤਾਂ ਕ੍ਰੈਡਿਟ ਬਾਹਰ ਹੈ। ਸਾਡੇ ਖੁਰਾਕ ਤੇ ਸਪਲਾਈ ਮਿਨਿਸਟਰ ਦਾ ਬਿਆਨ ਆਇਆ ਕੱਲ੍ਹ ਪਰਸੋਂ ਪੰਜਾਬ ਵਾਲੇ ਦਾ, ਭਾਰਤ ਭੂਸ਼ਣ ਆਸ਼ੂ ਦਾ। ਉਹ ਕਹਿੰਦੇ ਪੰਜਾਬ ਸਰਕਾਰ ਨੇ 10,000 ਕਰੋੜ ਰੁਪਈਆ ਖੇਤੀ ਅਰਥ ਵਿਵਸਥਾ 'ਚ ਪੰਪ ਕਰਤਾ। ਤੁਸੀਂ ਕਿੱਥੇ ਕਰਤਾ ਜੀ? ਬੰਦਿਆਂ ਨੇ ਕਣਕ ਪੈਦਾ ਕੀਤੀ ਹੈ ਤੇ ਉਹ ਕਣਕ ਤੁਸੀਂ ਨਾ ਲਓ ਤੇ ਭੁੱਖੇ ਮਰੋ ਤੇ ਤੁਹਾਡਾ ਸਟੇਟ ਦਾ ਕੁਝ ਨਹੀਂ ਆਏਗਾ। ਔਰ ਉਹ ਕਣਕ ਕਿਸਾਨ ਨੇ ਪੈਦਾ ਕੀਤੀ ਹੈ। 14.5% ਟੈਕਸ ਜੋ ਪੰਜਾਬ ਗੌਰਮੈਂਟ ਨੂੰ ਵੱਖ-ਵੱਖ ਰੂਪ 'ਚ ਆ ਰਹੇ ਨੇ, ਉਹਦੇ ਤੋਂ ਉਹ ਆ ਰਿਹਾ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਜਾ ਰਿਹਾ। ਤੁਸੀਂ ਤਾਂ ਧੇਲਾ ਨਹੀਂ ਦਿੱਤਾ, ਉਹ ਤਾਂ ਉਦੋਂ ਜ਼ਿਆਦਾ ਪੈਸੇ ਦੀ ਕਣਕ ਦੇ ਰਿਹਾ ਤੁਹਾਨੂੰ। ਉਹਦਾ ਕ੍ਰੈਡਿਟ ਵੀ ਉਹਨੂੰ ਨਹੀਂ ਦਿੰਦੇ ਜਿਹਨੇ ਕੰਮ ਕੀਤਾ, ਮਤਲਬ ਕ੍ਰੈਡਿਟ ਵੀ ਆਪਦੀ ਜੇਬ 'ਚ ਪਾਉਣ ਦਾ ਇੱਕ ਰਿਵਾਜ ਹੋ ਗਿਆ ਕਿ ਅਸੀਂ ਇਹ ਕੀਤਾ। ਇਸੇ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਨਾਲ ਵੀ ਹੋ ਰਿਹਾ, ਉਹਨੂੰ ਕ੍ਰੈਡਿਟ ਕੋਈ ਨਹੀਂ ਦਿੰਦਾ। ਤੇ ਇੱਕ ਤਾਂ ਉਹਦੇ ਨਾਲ ਸਮਾਜਿਕ ਵਿਤਕਰਾ ਤਾਂ ਹੁੰਦਾ ਹੀ ਆ। ਆਪਣੇ ਨੋਰਮਲੀ ਜਿਹੜੀ ਭਾਸ਼ਾ ਹੈ ਭਈਏ ਕਹਿਣਾ ਜਾਂ ਬਾਕੀ ਕਹਿਣਾ, ਔਰ ਇਸੇ ਤਰ੍ਹਾਂ ਦੀ ਜਦੋਂ ਸਾਡੇ ਨਾਲ ਜੇ ਬਾਹਰ ਹੁੰਦੀ ਹੈ ਤਾਂ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ? ਨਸਲੀ ਹਮਲਾ ਹੋ ਗਿਆ। ਤੇ ਇਹ ਚੀਜ਼ਾਂ ਨੋਰਮਲ ਇੱਕ ਰਿਵਾਜ ਉਸ ਲੈਵਲ 'ਤੇ ਹੋ ਗਿਆ। ਔਰ ਦੂਜੀ ਗੱਲ ਇਹ ਹੈ ਕਿ ਇਹ ਜਿਹੜੇ ਹੁਣ ਜਾ ਰਹੇ ਨੇ ਲਗਭਗ 8 ਲੱਖ ਤਾਂ ਇੱਕ ਰਿਕਾਰਡ 'ਚ ਹੈ ਕਿ ਜਿਹੜੇ ਜਾਣਾ ਚਾਹੁੰਦੇ ਹੀ ਨੇ। ਕੁਛ ਬੰਦੇ ਪੈਦਲ ਹੀ ਚੱਲੇ ਹੋਏ ਨੇ, ਕਿਸੇ ਤਰੀਕੇ ਨਾਲ ਬਾਗੇ, ਬਿਨਾਂ ਰਜਿਸਟ੍ਰੇਸ਼ਨ ਬਾਗੇ ਪਟੜੀ ਜਾ ਰਹੇ ਨੇ। ਔਰ ਇਹਨਾਂ ਸਾਰਿਆਂ ਨਾਲ ਜਿੰਨਿਆਂ ਕੁ ਨਾਲ ਤੁਸੀਂ ਗੱਲ ਕਰਕੇ ਦੇਖੋ, ਇਹ ਕਹਿੰਦੇ ਨੇ ਚੱਠ ਪੂਜਾ ਤੋਂ ਪਹਿਲਾਂ ਤਾਂ ਵਾਪਸੀ ਦਾ ਸਕੋਪ ਨਹੀਂ ਹੈ। ਚੱਠ ਪੂਜਾ ਦਾ ਤਿਉਹਾਰ ਆਪਣੇ ਮਤਲਬ ਦੁਸਹਿਰੇ ਦੀਵਾਲੀ ਦੇ ਨੇੜੇ ਅਕਤੂਬਰ ਨਵੰਬਰ 'ਚ ਆਉਂਦਾ। ਹੁਣ ਮਈ ਹੈ, ਲਗਭਗ 6 ਮਹੀਨੇ ਇਹ ਜੇਕਰ ਗੁਜ਼ਰ ਜਾਂਦੇ ਨੇ ਤਾਂ ਝੋਨਾ ਤਾਂ ਲੱਗਣਾ ਹੀ ਨਹੀਂ ਹੈ। ਝੋਨਾ ਤਾਂ ਬਹੁਤ ਸੀਰੀਅਸ ਪ੍ਰੋਬਲਮ ਹੈ, ਹੁਣੇ ਖੜੀ ਹੈ, ਇਹ ਤਾਂ ਹੁਣੇ ਮੌਕੇ 'ਤੇ ਖੜੀ ਹੈ। ਪਰ ਨਾਲ ਨਾਲ ਜਿਹੜੇ ਛੋਟੀ ਇੰਡਸਟਰੀ ਵੀ ਚੱਲਣੀ ਸੀ, ਛੋਟੇ ਜਗ੍ਹਾ ਹੋਰ ਕੰਮ ਜਿੰਨੇ ਕੁ ਬੰਦੇ ਕਰ ਰਹੇ ਸੀ, ਉਹ ਵੀ ਚੱਲਣਗੇ ਨਹੀਂ। ਉਹ ਕਿੱਥੋਂ ਲਿਆਓਗੇ ਤੁਸੀਂ ਉਨੀ ਲੇਬਰ ਇੱਕੋ ਦਮ ਜਾਂ ਬਾਕੀ ਦੀ? ਅੱਛਾ, ਜੇ ਹੁਣ ਇੱਕੋ ਦਮ, ਕਿਉਂਕਿ ਸਾਡੇ ਆਦਤ ਨਹੀਂ ਪਈ ਝੋਨਾ ਲਾਉਣ 'ਚ, ਇੱਕ ਹੁਣ ਦਿੱਕਤ ਆ ਰਹੀ ਹੈ ਹੋਰ। ਵੈਸੇ ਤਾਂ ਸਾਡੇ ਕੋਲ ਘਰੇਲੂ ਲੇਬਰ ਹੈ ਹੁਣ, ਕਿਉਂਕਿ ਉਹ ਬੰਦੇ ਵੀ ਹੋਰ ਕੰਮਾਂ ਤੋਂ ਤਾਂ ਹਟ ਗਏ। ਆਲੇ ਦੁਆਲੇ ਤੋਂ ਸਾਰੇ ਕੰਮ ਨਹੀਂ ਹੈ ਕਿਤੇ ਵੀ ਉਸ ਲੈਵਲ 'ਤੇ ਖੁੱਲ੍ਹੇ। ਝੋਨਾ ਲਾਉਣ ਲਈ ਲੋਕਲ ਪਾਰਟੀਆਂ ਹੋ ਸਕਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਪਰ ਝੋਨੇ ਦੇ ਰੇਟ ਨੂੰ ਲੈ ਕੇ ਸਮੱਸਿਆਵਾਂ ਹੁਣੇ ਤੋਂ ਸਟਾਰਟ ਹੋ ਗਈਆਂ ਨੇ। ਜਿਹੜਾ ਇੱਕ ਟਕਰਾਏ ਪਿੰਡਾਂ ਦੇ ਵਿੱਚ, ਇਹ ਵਧਣ ਦੇ ਅਸਾਰ ਪੈਦਾ ਹੋ ਗਏ ਜੇ ਇਹਨੂੰ ਵਿਉਂਤਿਆ ਨਾ ਗਿਆ। ਮੈਂ ਤੁਹਾਨੂੰ ਦੱਸਦਾ ਕਿ ਗਿੱਦੜਬਾਹਾ ਲਵਾਈ ਕਿੰਨੀ ਹੈ। ਗਿੱਦੜਬਾਹਾ ਦੇ ਵਿੱਚ ਭਲਾਈਆਣਾ ਪਿੰਡ ਹੈ ਤੇ ਉਹਨਾਂ ਨੇ ਇੱਕ ਮਤਾ ਪਾਇਆ ਪਹਿਲਾਂ ਕਿ ਕਣਕ ਦੀ ਕਟਾਈ ਦਾ ਇਹ ਰੇਟ ਹੋਏਗਾ 1100 ਰੁਪਏ ਕਿੱਲੇ ਤੋਂ ਵੱਧ ਨਹੀਂ ਦੇਣਾ। ਉਦੋਂ ਟਰਾਲੀ ਦਾ 700 ਰੁਪਏ, ਜਿਹੜੀ ਤੂੜੀ ਬਣਾਉਣੀ ਹੈ ਉਹ ਨਹੀਂ ਵੱਧ ਦੇਣਾ, 200 ਰੁਪਏ ਲਿਹਾਈ ਤੋਂ ਵੱਧ ਨਹੀਂ ਦੇਣਾ, ਤੇ ਝੋਨੇ ਦੀ ਲਵਾਈ 2700 ਰੁਪਏ ਏਕੜ ਤੋਂ ਵੱਧ ਨਹੀਂ ਦੇਣੇ। ਇਹ ਮਤਾ ਪਾਤਾ। ਤੇ ਜਿਹੜਾ ਇਦੋਂ ਵੱਧ ਕਰੇਗਾ ਉਹਨੂੰ 25,000 ਰੁਪਏ ਜੁਰਮਾਨਾ ਹੋਏਗਾ। ਠੀਕ ਹੈ, ਉਹ ਮਤਾ ਚਲਾ ਗਿਆ BDO ਕੋਲ। BDO ਨੇ DC ਨਾਲ ਗੱਲ ਕੀਤੀ, DC ਨੇ ਜ਼ਬਾਨੀ ਕਹਿਤਾ ਵੀ ਸਾਰੀਆਂ ਪੰਚਾਇਤਾਂ ਨੂੰ ਕਹੋ ਐ ਮਤੇ ਪਾ ਦੇਣ। ਉਹ ਪੂਰੇ ਬਲਾਕ ਦੀਆਂ ਪੰਚਾਇਤਾਂ ਨੇ ਪਾਤਾ। ਹੁਣ ਨਵਾਂ ਇੱਕ ਪੰਗਾ ਖੜਾ, ਉਧਰ ਮਜ਼ਦੂਰ ਆਰਗੇਨਾਈਜ਼ ਹੋਣੇ ਸ਼ੁਰੂ ਹੋ ਗਏ। ਠੀਕ ਹੈ, ਵੀ ਤੁਸੀਂ ਕਿਵੇਂ ਕਹਿ ਰਹੇ ਹੋ ਵੀ 2700 ਰੁਪਏ ਤੋਂ ਵੱਧ ਨਹੀਂ ਹੋਣਾ ਚਾਹੀਦਾ? ਪਿਛਲੇ ਸਾਲ ਤਾਂ 3,3500 ਤਾਂ ਪਿਛਲੇ ਸਾਲ ਵੀ ਗਿਆ। ਉਹਨਾਂ ਨੇ ਸ਼ੁਰੂ ਕਰਤਾ 7,000 ਤੋਂ ਘੱਟ ਨਹੀਂ ਲਵਾਂਗੇ। ਠੀਕ ਹੈ, ਹਾਲਾਂਕਿ ਮਤਾ ਪਾਉਣ ਦਾ ਹੱਕ ਪੰਜਾਬ ਦੀ ਪੰਚਾਇਤ ਨੂੰ ਨਹੀਂ ਹੈ, ਕਿਉਂਕਿ ਇਹ ਇੱਕ ਮਾਰਕੀਟ ਦਾ ਫੰਡ ਹੈ ਕਿ ਜਿੱਥੇ ਡਿਮਾਂਡ ਐਂਡ ਸਪਲਾਈ ਵੀ ਹੈ ਕਿ ਉੱਥੇ ਕਾ ਕੇ ਖੜ ਜਾਂਦੀ ਹੈ ਉਹ ਵੀ ਚੱਲ ਇੰਨੇ ਕੁ 'ਚ ਲਵਾ ਲਓ, ਇੰਨੇ ਕੁ 'ਚ ਕਰ ਲਓ। ਇਕਨੋਮਿਕ ਦਾ ਸਿੱਧਾ ਰੂਲ ਹੈਗਾ ਔਰ ਇਹਦੀ ਕੋਈ ਕਾਨੂੰਨੀ ਵਾਜਬੀਅਤ ਨਹੀਂ ਹੈ। ਪਰ ਇੱਕ ਤਰੀਕਾ ਇਹਦੇ ਨਾਲ ਸਮਾਜਿਕ ਟਕਰਾਅ ਦੀਆਂ ਸੰਭਾਵਨਾਵਾਂ ਤਾਂ ਉਹਦੇ 'ਚ ਸੰਕੇਤ ਦਿਖਾਈ ਦਿੰਦੇ ਨੇ। ਔਰ ਉਹਦੇ 'ਚ ਜਿਹੜੇ ਡੋਮੀਨੇਟ ਕਰਦੇ ਨੇ ਪੰਚਾਇਤਾਂ ਦੇ ਵਿੱਚ ਅਜੇ ਵੀ ਜਿਹੜੇ ਕਿਸਾਨ ਪਰਿਵਾਰ ਹੀ ਕਰਦੇ ਨੇ ਨਾ, ਚਾਹੇ ਦਲਿਤ ਸਰਪੰਚ ਹੋਵੇ, ਔਰਤ ਜੋ ਮਰਜ਼ੀ ਹੋਵੇ ਪਿੰਡਾਂ 'ਚ। ਔਰ ਇਹਨਾਂ ਨੇ ਜੇ ਮਤੇ ਪਾਉਣ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ, ਸਰਕਾਰ ਖਾਮੋਸ਼ ਰਹੀ। ਜਾਂ ਤਾਂ ਪਿੰਡਾਂ ਦੇ ਲੋਕ ਇਕੱਠ ਕਰਕੇ ਕੋਈ ਸਹਿਮਤੀ ਬਣਾ ਲੈਣ। ਇਹਦੇ ਤੇ ਹੁਣੇ ਤੋਂ ਸਰਕਾਰਾਂ ਨੂੰ ਸੋਚਣਾ ਪਏਗਾ ਕਿ ਸਹਿਮਤੀ ਕਿਵੇਂ ਬਣੇ। ਕੁਝ ਥੋੜ੍ਹਾ ਜਿਹਾ ਵਾਧਾ ਉਹਨੂੰ ਵੀ ਮਿਲ ਜੇ, ਇੰਨਾ ਵੀ ਵਾਧਾ ਨਾ ਹੋ ਜੇ ਵੀ ਜਿਹਦੇ ਨਾਲ ਦਿੱਤਾ ਹੀ ਨਾ ਜਾ ਸਕੇ, ਕੋਈ ਇਹੋ ਜਿਹੀ ਵੀ ਗੱਲ ਨਾ ਹੋ ਜੇ। ਔਰ ਜਾਂ ਸਰਕਾਰ ਇਹ ਮੰਗ ਨਹੀਂ, ਅਜੇ ਵੀਰ ਨੇ ਇਹ ਮੰਗ, ਜਿਹੜਾ ਇਹਨਾਂ ਦਾ ਅਜੇ ਵੀਰ ਜਾਖੜ ਨੇ ਇਹ ਵੀ ਉਠਾਈ, ਫਾਰਮਰ ਕਮਿਸ਼ਨ ਨੇ ਜਿਹੜਾ ਇਹ ਬਣਾਈ ਸੀ, ਇੱਕ ਚੀਫ ਮਿਨਿਸਟਰ ਨੇ ਇੱਕ ਟਾਸਕ ਫੋਰਸ ਆਪਣੇ KR ਲਖਨਪਾਲ ਦੀ ਅਗਵਾਈ 'ਚ, ਉੱਥੇ ਆਪਣਾ ਵੱਲੋਂ ਇੱਕ ਗੱਲ ਵੀ ਕੀਤੀ ਔਰ ਈਵਨ ਓਪਨ ਵੀ ਲੈਟਰ ਵੀ ਲਿਖਿਆ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਿਹਾ ਕਿ ਘੱਟੋ ਘੱਟ ਇਸ ਵਿਸ਼ੇਸ਼ ਹਾਲਤਾਂ ਦੇ ਵਿੱਚ ਤੁਸੀਂ ਝੋਨੇ ਦੀ ਲਵਾਈ ਨੂੰ ਵੀ ਮਨਰੇਗਾ ਹੇਠ ਲਾਇਆ ਤਾਂ ਕਿ ਮਜ਼ਦੂਰਾਂ ਨੂੰ ਅੱਧੀ ਦਿਹਾੜੀ ਉਹ ਮਨਰੇਗਾ 'ਚੋਂ ਮਿਲਦੀ ਰਹੇ ਤੇ ਕੁਝ ਕਿਸਾਨ ਦੇ ਦੇਗਾ, ਮਜ਼ਦੂਰਾਂ ਦਾ ਵੀ ਘਰ ਚੱਲ ਜੇ ਤੇ ਕਿਸਾਨ ਤੇ ਵੀ ਜ਼ਿਆਦਾ ਬੋਝ ਨਾ ਪਵੇ। ਔਰ ਇਹ ਬੜਾ ਬਾਦਲੀਲ ਇੱਕ ਗੱਲ ਹੈ, ਇਹ ਤੇ ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ ਹੈ। ਅਣਸੁਣਿਆ ਹੀ ਕਰਕੇ ਤੁਸੀਂ ਕੱਢਤਾ। ਉਸ ਟਾਸਕ ਫੋਰਸ ਦੀ ਜਿਹੜੀ ਰਿਪੋਰਟ ਆ ਉਹਦੇ 'ਚ ਵੀ ਉਹ ਮੈਂਸ਼ਨ ਨਹੀਂ ਹੈ ਤੇ ਉਦੋਂ ਬਾਅਦ ਵੀ ਨਾ ਪੰਜਾਬ ਸਰਕਾਰ ਗੱਲ ਕਰਨ ਲਈ ਤਿਆਰ ਹੈ ਨਾ ਹੋਰ। ਇਹਦਾ ਮਤਲਬ ਇਹ ਲੜਾਈ ਝਗੜੇ ਹੋਣਗੇ, ਉਦੋਂ ਬਾਅਦ ਪੁਲਿਸ ਕੇਸ ਬਣਨਗੇ,
ਡੰਡਾ ਚੱਲੂਗਾ, ਅੱਧੇ ਬੰਦਿਆਂ ਦੇ ਕੋਈ ਪੈਸੇ ਇੱਧਰ ਹੋਣਗੇ। ਪਹਿਲਾਂ ਹੀ ਕਈ ਮਾਮਲਿਆਂ ਕਰਕੇ ਜਿਵੇਂ ਸੰਗਰੂਰ ਦੇ ਵਿੱਚ ਪਿਛਲੇ 10-12 ਸਾਲਾਂ ਤੋਂ ਦਲਿਤ ਇੱਕ ਡਿਮਾਂਡ ਉਠਾ ਰਹੇ ਨੇ ਕਿ ਜਿਹੜੀ ਤੀਜੇ ਹਿੱਸੇ ਦੀ ਸਾਮਲਾਟ ਜ਼ਮੀਨ ਹੈ ਸਾਡੀ, ਉਹ ਸਾਨੂੰ ਦੇ ਦਿੱਤੀ ਜਾਏ, ਕਾਨੂੰਨੀ ਤੌਰ 'ਤੇ ਉਹਨਾਂ ਦੀ ਹੈ। ਔਰ ਇਦੋਂ ਪਹਿਲਾਂ ਪ੍ਰੋਕਸੀ ਦੀ ਤਰ੍ਹਾਂ ਉਹਨਾਂ ਤੋਂ ਕਿਸੇ ਇੱਕ ਸੀਰੀ ਪਾਲੀ ਤੋਂ ਬੋਲੀ ਦਵਾ ਕੇ ਬੰਦੇ ਆਪ ਕਰਦੇ ਰਹੇ ਨੇ। ਪਰ ਇਹਦੇ 'ਚ ਵੀ ਅਫਸਰਾਂ ਤੋਂ ਲੈ ਕੇ ਸਾਰਿਆਂ ਨੂੰ ਤਕਲੀਫ ਹੈ ਇੱਕ ਟਾਈਪ ਦੀ, ਉਹ ਦੇ ਨਹੀਂ ਰਹੇ ਉਸ ਪੱਧਰ ਦੇ ਉੱਤੇ। ਹਾਲਾਂਕਿ ਉਹ ਇੱਕ ਡਿਵੈਲਪਮੈਂਟ ਦਾ ਵਧੀਆ ਮਾਡਲ ਹੈ। ਜਿਵੇਂ ਬਾਲਦ ਕਲਾਂ ਸਭ ਤੋਂ ਪਹਿਲਾਂ ਇਹਨਾਂ ਨੇ ਸਟਾਰਟ ਕੀਤਾ ਕਲੈਕਟਿਵ ਖੇਤੀ, ਔਰ ਜਿੰਨੇ ਵੀ ਉਹ ਘਰ ਨੇ ਸਾਰਿਆਂ ਨੂੰ ਆਪਣੇ ਜੋਗੇ ਦਾਣੇ ਆ ਜਾਂਦੇ ਨੇ, ਕੁਝ ਪੈਸੇ ਵੀ ਬਚਤ ਦੇ ਰੂਪ ਦੇ ਵਿੱਚ ਆ ਜਾਂਦੇ ਨੇ, ਅਤੇ ਉਹਨਾਂ ਨੇ ਡੰਗਰ ਰੱਖ ਲਏ, ਉਹ 'ਚੋਂ ਦੁੱਧ ਪਾ ਕੇ ਇਕੋਨਮੀ 2-2 ਡੰਗਰ ਰੱਖ ਲਏ, ਉੱਥੇ ਹਰਾ ਚਾਰਾ ਹੋ ਜਾਂਦਾ। ਇੱਕ ਬਿਲਡ ਹੋਈ ਹੈ ਇੱਕ ਸਹਿਕਾਰੀ ਟਾਈਪ ਦੀ, ਸਮੂਹਿਕ ਟਾਈਪ ਦੀ ਅਰਥ ਵਿਵਸਥਾ ਦਾ ਇੱਕ ਨਮੂਨਾ ਹੈ। ਉਹ ਨਮੂਨਾ ਮਤਲਬ ਕਿ ਕਿਸਾਨਾਂ 'ਚ ਵੀ ਤੇ ਬਾਕੀ ਜਗ੍ਹਾ ਵੀ ਵਧਣਾ ਚਾਹੀਦਾ। ਜਿਹੜਾ ਸਮਾਜਿਕ ਜਿਹੜਾ ਪਾੜਾ ਇਹਦੇ ਨਾਲ ਵਧੇਗਾ ਜੇ ਪ੍ਰਵਾਸੀ ਮਜ਼ਦੂਰ ਨਹੀਂ ਆਉਂਦੇ ਜਿਹੜੇ ਯੂਪੀ ਬਿਹਾਰ ਦੇ ਵਿੱਚ ਚੱਲੇ। ਔਰ ਕੈਪਟਨ ਅਮਰਿੰਦਰ ਸਿੰਘ ਖੁਦ ਮੰਨ ਰਹੇ ਨੇ ਕਿ 70% ਤੇ ਸਿੱਧਾ ਬਿਹਾਰ ਤੋਂ ਲੇਬਰ ਹੈ। ਹਾਂ, ਅਸੀਂ ਲੇਬਰ ਰੋਕੀ ਨਹੀਂ ਹੈਗੀ ਨਾ ਨਹੀਂ, ਜਾਂ ਤਾਂ ਤੁਸੀਂ ਇਹ ਗਰੰਟੀ ਕਰਦੇ ਪਹਿਲਾਂ ਹੀ ਕਿ ਤੁਹਾਡੀ ਸਾਡੇ ਕੋਲ ਗਰੰਟੀ ਹੈ, ਰਾਸ਼ਨ ਤੋਂ ਲੈ ਕੇ ਹਰ ਚੀਜ਼ ਦੀ ਤੁਹਾਡੀ ਤਕਲੀਫ ਦੇ ਜ਼ਿੰਮੇਵਾਰ ਅਸੀਂ। ਪਰ ਇਦੋਂ ਵੀ ਜ਼ਿਆਦਾ ਇਹ ਇੱਕ ਗੱਲ ਤਾਂ ਹੈਗੀ ਉਹ ਕਿ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਅਸੀਂ ਕਰ ਪਾਏ, ਜੋ ਮਰਜ਼ੀ ਕਹਿੰਦੇ ਰਹੀਏ ਵੈਸੇ। ਔਰ ਪਰ ਦੂਜੀ ਗੱਲ ਨਾਲ ਇਹ ਵੀ ਹੈ, ਕੱਲਾ ਇਹੀ ਨਹੀਂ ਹੈ ਕਿ ਉਹ ਜਾ ਰਹੇ ਨੇ ਕੱਲਾ ਲੋੜ ਪੂਰੀ ਨਹੀਂ ਹੋਈ ਰੋਜੀ ਰੋਟੀ ਦੀ, ਇਹ ਤੋਂ ਬਿਨਾਂ ਇੱਕ ਡਰ ਤੇ ਸਹਿਮ ਦਾ ਮਾਹੌਲ ਵੀ ਹੈ। ਉਹਨਾਂ ਨੂੰ ਲੱਗਦਾ ਵੀ ਹੁਣ ਟ੍ਰੇਨਾਂ ਜਾ ਰਹੀਆਂ ਨੇ, ਫਿਰ ਪਤਾ ਨਹੀਂ ਜਾਇਆ ਜਾਊ ਜਾਂ ਨਹੀਂ। ਸਾਡੇ ਦੇਸ਼ ਤੋਂ ਲੈ ਕੇ ਹਿੰਦੁਸਤਾਨ ਦੀ ਸਰਕਾਰ ਹੋਵੇ, ਪੰਜਾਬ ਦੀ ਹੋਵੇ, ਅਜੇ ਤੱਕ ਯਕੀਨ ਨਾਲ ਕੋਈ ਵੀ ਅਥਾਰਟੀ ਇਹ ਕਹਿਣ ਲਈ ਤਿਆਰ ਨਹੀਂ ਕਿ ਕਰੋਨਾ ਦਾ ਕਿੰਨਾ ਚਿਰ ਚੱਲਣਾ। ਕੋਈ ਕਹਿੰਦਾ ਸਤੰਬਰ ਵੀ ਚੱਲ ਸਕਦਾ, ਅਗਲਾ ਕਹਿੰਦਾ ਫਿਰ ਸਤੰਬਰ ਤੱਕ ਇੱਥੇ ਮਰਦ ਕਾਹਦੇ ਲਈ ਪੰਗੇ 'ਚ ਪੈਂਦੇ ਆ ਵੀ ਜੇ ਨਾ ਚੱਲਿਆ, ਇਸ ਲਈ ਕਿਉਂ ਘਰ ਨਾ ਰਹੀਏ ਉਸ ਪੱਧਰ ਦੇ ਉੱਤੇ। ਔਰ ਕਈ ਇਹੋ ਜਿਹੇ ਵਰਤਾਰੇ ਵੀ ਸਾਹਮਣੇ ਆਏ ਨੇ ਜਿਨ੍ਹਾਂ ਦਾ ਅਜੇ ਰੁਜ਼ਗਾਰ ਚੱਲਦਾ ਕਿਸੇ ਨਾ ਕਿਸੇ ਰੂਪ 'ਚ। ਪੇਂਡੂ ਖੇਤਰ 'ਚ ਰੁਜ਼ਗਾਰ ਅਜੇ ਬੰਦ ਨਹੀਂ ਹੋਇਆ, ਮਤਲਬ ਪਿੰਡਾਂ 'ਚ ਤਾਂ ਹੁਣ ਹਾੜੀ ਵੀ ਵੱਡੀ ਹੋਇਆ ਜਿੰਨੀ ਕੁ ਹੈ, ਲੋਕਾਂ ਨੇ ਬੱਲੀਆਂ ਚੁਗੀਆਂ ਨੇ, ਥੋੜ੍ਹਾ ਬਹੁਤ ਇੱਕ ਮੰਡੀਆਂ 'ਚ ਵੀ ਕੰਮ ਕੀਤਾ। ਪੇਂਡੂ ਤਾਂ ਹੁਣ ਜੀਰੀ ਲਾਉਣ ਲੱਗ ਜਾਏਗਾ, ਰੁਜ਼ਗਾਰ ਹੋ ਜਾਊਗਾ ਨਾ, ਉਹ ਤੋਂ ਬਿਨਾਂ ਤਾਂ ਹੈ ਨਹੀਂ। ਇਹਦਾ ਮਤਲਬ ਉਹ ਰੁਜ਼ਗਾਰ ਛੱਡ ਕੇ ਵੀ ਜਾਣ ਲਈ ਕਾਹਲਾ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਸਾਡੇ ਬੱਚੇ +2 ਤੋਂ ਬਾਅਦ ਆਈਲੈਟਸ ਕਰਕੇ ਵਿਦੇਸ਼ ਕਿਉਂ ਜਾਂਦੇ ਨੇ, ਰੁਜ਼ਗਾਰ ਉਹ 'ਚ ਬਹੁਤ ਵੱਡਾ ਕੰਮ ਹੈ। ਪਰ ਕੇਵਲ ਰੁਜ਼ਗਾਰ ਇਕੱਲਾ ਨਹੀਂ ਹੈ, ਉਹਦੇ ਪਿੱਛੇ ਇਹ ਵੀ ਹੈ ਕਿ ਇੱਥੇ ਕੋਈ ਰੂਲ ਆਫ ਲਾ ਨਹੀਂ ਹੈ, ਜਦ ਮਰਜ਼ੀ ਜਿੱਥੇ ਮਰਜ਼ੀ ਪਰਚਾ ਪਾ ਦਿਓ ਜਿਹਦੇ ਬੱਚੇ 'ਤੇ, ਜਦ ਮਰਜ਼ੀ ਜਿਹਨੂੰ ਪੜ੍ਹ ਲਓ, ਜਿਹਨੂੰ ਮਰਜ਼ੀ ਛੁਡਾ ਲਓ। ਔਰ ਕੋਈ ਕੁੜੀਆਂ ਦੀ ਇੱਜ਼ਤ ਮਹਿਫੂਜ਼ ਨਹੀਂ ਹੈ, ਜੋ ਮਰਜ਼ੀ ਕਰਦੇ ਰਹੋ, ਗੁੰਡਾਗਰਦੀ। ਇਹਦੇ ਲਈ ਉਹ ਸਮਾਜਿਕ ਅਤੇ ਸਿਆਸੀ ਕਾਰਨ ਵੀ ਨੇ, ਇਕੱਲਾ ਰੁਜ਼ਗਾਰ ਨਹੀਂ ਹੈ। ਰੁਜ਼ਗਾਰ ਬਹੁਤ ਵੱਡਾ ਕਾਰਨ ਹੈ, ਪਰ ਦੂਜੇ ਚੀਜ਼ਾਂ ਵੀ ਬਹੁਤ ਵੱਡੀਆਂ ਨੇ। ਇਸੇ ਤਰ੍ਹਾਂ ਇਹ ਮਜ਼ਦੂਰਾਂ ਦਾ ਜਾਣ ਦੇ ਪਿੱਛੇ ਵੀ ਜਿਹੜੀ ਉਹਨਾਂ ਦੀ ਦਿਹਾੜੀ ਹੈ ਇਹ ਕਾਫੀ ਵੱਡਾ ਕਾਰਨ ਹੈ, ਪਰ ਉਹਦੇ ਨਾਲ ਦੂਜੀਆਂ ਚੀਜ਼ਾਂ ਵੀ ਸਾਨੂੰ ਦੇਖਣੀਆਂ ਪੈਣਗੀਆਂ। ਜਿਹੜਾ ਉਹਨਾਂ ਨਾਲ ਵਿਵਹਾਰ ਹੈ, ਜਿਸ ਲੈਵਲ ਦੀ ਉਹਨੂੰ ਯਕੀਨ ਦਿਵਾਉਣਾ ਸੀ। ਔਰ ਇੱਕ ਹੋਰ ਵੀ ਮਨੁੱਖੀ ਮਨੋਦਸ਼ਾ ਹੈ ਇਹ ਆਮ ਤੌਰ 'ਤੇ ਕਰੋਨਾ ਨੇ ਜਿਹੜੀ ਇੱਕ ਬਿਲਕੁਲ ਵੱਖਰੀ ਤਰ੍ਹਾਂ ਦੀ ਸਾਬਤ ਕਰਤੀ, ਸਭ ਕੁਝ ਸਾਹਮਣੇ ਆ ਗਿਆ। ਉਹ ਇਹ ਮਨੋਦਸ਼ਾ ਹੈ ਕਿ ਕੋਈ ਵੀ ਇਨਸਾਨ, ਉਹਦੇ ਅੰਦਰ ਜਜ਼ਬਾਤ ਨੇ, ਉਹਦੀ ਇੱਕ ਰੂਹ ਹੈ, ਉਹਦੀ ਤ੍ਰਿਪਤੀ ਵੀ ਚਾਹੁੰਦਾ ਉਹ ਬਾਕੀ ਚੀਜ਼ਾਂ ਦੇ ਨਾਲ। ਇਸੇ ਕਰਕੇ ਸਾਡੇ ਬਜ਼ੁਰਗ ਬਹੁਤੀ ਵਾਰ ਜਿਹੜੇ ਵਿਦੇਸ਼ 'ਚ ਵੀ ਮਰਦੇ ਨੇ ਨਾ, ਉਹ ਕਹਿੰਦਾ ਵੀ ਮੈਨੂੰ ਆਪਦੇ ਪਿੰਡ ਦੇ ਸਿਵਿਆਂ 'ਚ ਲਿਜਾ ਕੇ ਮਤਲਬ ਸਾੜਿਓ, ਤਾਂ ਕਿ ਚਾਹੇ ਹਾਲਾਂਕਿ ਉਹ 'ਤੇ ਵਾਧੂ ਦੀ ਕਾਸਟ ਹੈ। ਜੇ ਆਪਾਂ ਜਨਰਲੀ ਦੇਖੀਏ ਪ੍ਰੈਕਟੀਕਲ, ਜਿਹਨੂੰ ਲੋਕ ਕਹਿੰਦੇ ਨੇ ਸੋ ਕਾਲਡ ਪ੍ਰੈਕਟੀਕਲ ਹੋ ਕੇ ਵੀ ਯਾਰ ਐਵੇਂ ਇੰਨਾ ਲਾਸਟ 'ਤੇ ਖਰਚ ਕਰਨਾ ਹੈ, ਉੱਥੋਂ ਆਇਆ ਜਿੱਥੇ ਆਏਗਾ ਖਰਚ ਦਿਓ, ਪਰ ਇਹ ਮਨੁੱਖੀ ਭਾਵਨਾਵਾਂ ਨੇ। ਇਸੇ ਕਰਕੇ ਜਿਹੜੇ ਪ੍ਰਵਾਸੀ ਮਜ਼ਦੂਰ ਗੁਰਬਤ ਦੇ ਮਾਰੇ ਆਪਦਾ ਪਿੰਡ ਛੱਡਿਆ, ਆਪਦਾ ਸੂਬਾ ਛੱਡਿਆ ਅਤੇ ਆ ਕੇ ਇੱਥੇ ਰੁਜ਼ਗਾਰ ਲਈ ਤਿਆਰ ਹੋਏ, ਉੱਥੇ ਕੋਈ ਰੁਜ਼ਗਾਰ ਤਾਂ ਨਹੀਂ ਖੜ੍ਹਾ ਜਿਹਦੇ ਜਾਣਸਾਰ, ਪਰ ਉਹਨੂੰ ਇਹ ਲੱਗਦਾ ਹੈ ਕਿ ਮੈਂ ਆਪਣਿਆਂ 'ਚ ਰਹੂੰਗਾ, ਆਪਣੇ ਆਲੇ ਦੁਆਲੇ 'ਚ ਰਹੂੰਗਾ, ਮਰੂੰਗਾ, ਜਿਊਂਗਾ, ਘੱਟੋ ਘੱਟ ਉੱਥੇ ਤਾਂ ਜਿਊਂਗਾ। ਇਹ ਅਹਿਸਾਸ ਬਹੁਤ ਵੱਡਾ, ਇਹ ਅਹਿਸਾਸ ਦੀ ਵੀ ਕਦਰ ਕਰਨੀ ਸਾਡੇ ਨੀਤੀ ਘਾੜਿਆਂ ਨੂੰ ਪਊਗੀ। ਜੀ ਬਹੁਤ ਵੱਡੀ ਗੱਲ ਹੈ ਕਿ ਇੱਕ ਤੇ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ, ਬਾਕੀ ਜਿਹੜੇ ਪ੍ਰਵਾਸੀ ਮਜ਼ਦੂਰ ਚਾਹੇ ਯੂਪੀ ਤੋਂ, ਚਾਹੇ ਬਿਹਾਰ ਤੋਂ, ਜਾਂ ਬਾਕੀ ਸੂਬੇ ਤੋਂ, ਉਹਨਾਂ ਪੰਜਾਬ ਦੇ ਵਿੱਚ ਰਾਜ ਮਿਸਤਰੀ ਉਹ ਨੇ, ਤਰਖਾਨ ਉਹ ਨੇ, ਨਾਈ ਉਹ ਬਣ ਚੁੱਕੇ ਹੈਗੇ ਨੇ, ਚਿਪਸ ਪੱਥਰ ਉਹ ਲਾਉਣ ਵਾਲੇ ਉਹ ਨੇ। ਸਾਡੇ ਲੋਕਾਂ ਨੇ ਕੰਮ ਛੱਡਤਾ, ਨਾ ਉਹ ਪੈਲੀਆਂ 'ਚ ਕੰਮ ਕਰ ਸਕਦੇ, ਨਾ ਉਹ ਮਾਰਕੀਟ ਦੇ ਵਿੱਚ ਕੰਮ ਕਰ ਸਕਦੇ ਨੇ। ਯੂਥ ਸਾਡਾ ਬਾਹਰ ਜਾ ਰਿਹਾ ਹੈਗਾ, ਜ਼ਿਆਦਾ ਹੋ ਚੁੱਕੇ ਨੇ। ਉਸ ਹਾਲਾਤਾਂ ਦੇ ਮੱਦੇ ਨਜ਼ਰ ਸਰਕਾਰ ਵਾਸਤੇ ਵੀ ਚੈਲੰਜ ਹੈ, ਸਮਾਜ ਵਾਸਤੇ ਬਹੁਤ ਵੱਡਾ ਚੈਲੰਜ ਹੈ। ਕਿਹੜਾ ਬੰਦਾ 12 ਜਾਂ BA ਪੜ੍ਹ ਕੇ ਦਾਤਰੀ ਫੜੂਗਾ, ਕਿਹੜਾ ਬੰਦਾ BA ਕਰਕੇ ਹੁਣ ਤੀਸੀ ਤੇ ਉਹ ਫੜੂਗਾ। ਨਹੀਂ, ਮੈਨੂੰ ਇਹ ਲੱਗਦਾ ਕਿ ਸਾਡੇ ਲੋਕਾਂ ਨੇ ਕੰਮ ਨਹੀਂ ਛੱਡਤਾ, ਕੰਮ ਛੁਟਾ ਦਿੱਤਾ ਗਿਆ। ਉਹਦਾ ਰੀਜ਼ਨ ਇਹ ਹੈ ਕਿ ਅਸੀਂ ਉਹਨਾਂ ਲਈ ਉਨੇ ਜੋਗਾ ਕੋਈ ਰੁਜ਼ਗਾਰ ਪੈਦਾ ਨਹੀਂ ਕਰ ਸਕੇ ਜਿੰਨਾ ਕਿ ਇੱਕ ਲੈਵਲ ਬਣ ਜਾਂਦਾ। ਜੇ ਕੋਈ ਗ੍ਰੈਜੂਏਟ ਬੰਦਾ ਹੈ ਅਤੇ ਜੇ ਉਹ ਖੇਤੀ ਕਰਨਾ ਚਾਹੁੰਦਾ ਹੈ ਤਾਂ ਖੇਤੀ 'ਚੋਂ ਪ੍ਰੋਫਿਟ ਉਹਨਾਂ ਕੁ ਤਾਂ ਦਿਓ ਨਾ ਤੁਸੀਂ। ਜਿਹੜੇ ਬੰਦੇ ਨੂੰ ਅਸੀਂ ਕਹਿੰਦੇ ਇੱਥੇ ਕੰਮ ਨਹੀਂ ਕਰਦਾ, ਜਿਹੜੇ ਬੱਚੇ ਨੂੰ, ਜਿਹੜਾ ਇਲਜ਼ਾਮ ਪੰਜਾਬ ਦੇ ਲੋਕਾਂ 'ਤੇ ਲੱਗਦਾ ਹੈ
ਕਿਸਾਨਾਂ ਦੇ, ਮਜ਼ਦੂਰਾਂ ਦੇ, ਮੁੰਡਿਆਂ ਤੇ ਕੁੜੀਆਂ ਤੇ। ਉਹ ਬਾਹਰ ਜਾ ਕੇ ਕਿਵੇਂ 18-18 ਘੰਟੇ ਕੰਮ ਕਰਦਾ, ਉਹੀ ਬੰਦਾ ਹੈ। ਪਰ ਉਹਨੂੰ ਉੱਥੇ ਗਰੰਟੀ ਤਾਂ ਹੈ ਕਿ ਮੈਂ ਘੰਟਾ ਓਵਰ ਟਾਈਮ ਕਰੂੰਗਾ, $14 ਪੱਕੇ ਨੇ। ਤੇ ਸਾਡੇ ਤਾਂ ਗਰੰਟੀ ਉਹ ਹੈ ਨਹੀਂ ਕਿ ਮੈਂ ਕੰਮ ਵੀ ਕਰੂੰਗਾ ਤੇ ਮੈਨੂੰ ਫਿਰ ਵੀ ਕੁਛ ਮਿਲੂਗਾ। ਉਹ ਕਹਿੰਦਾ ਐਵੇਂ ਮਿੱਟੀ ਨਾਲ ਮਿੱਟੀ ਹੋਣਾ, ਐਵੇਂ ਖਫਾ ਹੋਣਾ, ਤੁਸੀਂ ਦੱਸੋ ਮੈਨੂੰ ਪੈਸੇ ਤਾਂ ਮਿਲ ਨਹੀਂ ਰਹੇ। ਇਸ ਲਈ ਜਿਹੜੇ ਕਿਰਤ ਦੇ ਮੁੱਲ ਦਾ ਸਵਾਲ ਹੈ ਕਿ ਅਸੀਂ ਉਹਨੂੰ ਦਿੰਦੇ ਕੀ ਆ, ਉਹਦੀ ਇੱਜ਼ਤ ਕਰਦੇ ਆ ਕਿ ਨਹੀਂ। ਸਾਡੇ ਪਿੰਡ ਇੱਕ ਸਮਾਜਿਕਤਾ ਬਣ ਗਈ ਹੈ। ਪਿੰਡ ਦੀ ਸੱਥ ਦੇ ਵਿੱਚ ਬੈਠਾ ਬੰਦਾ ਕਹਿੰਦਾ ਲੈ ਆਹ 14 ਜਮਾਤਾਂ ਪਾਸ, ਜੇ ਕਹੀ ਉਹ ਚਲਾਉਣੀ ਸੀ ਤਾਂ ਕਾਹਨੂੰ ਪੜ੍ਹਿਆ ਸੀ। ਮਤਲਬ ਅਸੀਂ ਜਲੀਲ ਕਰਦੇ ਹਾਂ ਬੰਦਿਆਂ ਨੂੰ। ਸਾਡਾ ਸਮਾਜ ਵੀ, ਸਾਡੀਆਂ ਗੌਰਮੈਂਟਾਂ ਵੀ, ਸਾਡੇ ਸਾਰੇ ਕਿਤੇ ਅਸੀਂ ਇੱਕ ਮਾਹੌਲ ਇਹੋ ਜਿਹਾ ਬਣਾਤਾ। ਕਿਰਤ ਦੇ ਪੱਖ 'ਚ ਮਾਹੌਲ ਬਣਾਉਣਾ ਪੈਂਦਾ, ਉਹ ਬੰਦੇ ਨੂੰ ਸ਼ਾਬਾਸ਼ ਅਸੀਂ ਕਹੀਏ। ਅਤੇ ਸਾਡੇ ਸਿਲੇਬਸਾਂ ਦੇ ਵਿੱਚ ਇੱਕ ਪਰਚਾ ਉਹ ਹੁੰਦਾ ਸੀ, ਇੱਕ ਪਹਿਲਾਂ ਮਤਲਬ ਪਾਠ, ਕਿ ਗੁਰੂ ਗੋਬਿੰਦ ਸਿੰਘ ਕਿਸੇ ਦੇ ਘਰ ਆਏ, ਉਹਨਾਂ ਨੇ ਪਾਣੀ ਮੰਗਿਆ ਬੱਚੇ ਤੋਂ, ਬੱਚੇ ਨੇ ਪਾਣੀ ਫੜਾਤਾ ਅਤੇ ਉਹਨਾਂ ਨੇ ਦੇਖਿਆ ਕਾਕਾ ਹੱਥ ਬਹੁਤ ਮੁਲਾਇਮ ਨੇ, ਕਦੇ ਕੰਮ ਕੋਈ ਕੀਤਾ ਹੀ ਨਹੀਂ ਕਰਦਾ, ਆਪਣੇ ਸਾਰਾ ਕੁਝ। ਉਹ ਕਹਿੰਦੇ ਨਹੀਂ ਫਿਰ ਮੈਂ ਪਾਣੀ ਨਹੀਂ ਪੀਣਾ। ਉਹ ਇਹੀ ਇੱਕ ਸੰਦੇਸ਼ ਦੇਣ ਲਈ ਸੀ ਕਿ ਕਿਰਤ ਕਰੇ ਤੋਂ ਬਿਨਾਂ ਬੰਦੇ ਨੂੰ ਗੁਜ਼ਾਰਾ ਨਹੀਂ ਹੈ। ਗੁਰੂ ਉਹਨੂੰ ਮਾਨਤਾ ਨਹੀਂ ਦਿੰਦਾ ਜਿਹੜੇ ਬੰਦੇ ਕਿਰਤੀ ਨਹੀਂ ਹੈ। ਅਤੇ ਹੁਣ ਆ ਮਨਰੇਗਾ 'ਚ ਹੀ ਤੁਸੀਂ ਦੇਖ ਲਓ, ਕਿੰਨੀਆਂ ਬੀਬੀਆਂ, ਕਿੰਨੇ ਬੰਦੇ ਰੋਜ਼ ਪਿੱਟਦੇ ਨੇ ਸਾਨੂੰ ਰੁਜ਼ਗਾਰ ਦੇ ਦਿਓ, ਸਾਨੂੰ 100 ਦਿਨ ਦੇ ਦਿਓ। 27 ਦਿਨ ਤੋਂ ਵੱਧ ਅਜੇ ਤੱਕ ਪੰਜਾਬ ਨੇ ਰੁਜ਼ਗਾਰ ਨਹੀਂ ਦਿੱਤਾ ਮਨਰੇਗਾ ਦੇ ਵਿੱਚ। ਅੱਜ ਵੀ ਉਹ ਰੋਜ਼, ਕੱਲ੍ਹ ਵੀ ਇੱਕ ਪ੍ਰੋਟੈਸਟ ਹੋਇਆ ਹੈ ਪੰਜਾਬ ਦੇ ਵਿੱਚ, ਕਾਫੀ ਪਿੰਡਾਂ ਦੇ ਵਿੱਚ। ਉਹ ਕਹਿੰਦੇ ਨੇ ਠੇਕਾ ਨਹੀਂ, ਮਨਰੇਗਾ ਚਾਹੀਦਾ। ਅਤੇ ਸਾਡੇ ਉਹ ਪਤੀ ਜਿਹੜਾ ਠੇਕਾ ਖੋਲ੍ਹਤਾ, ਕਾਫੀ ਬੰਦੇ, ਇਹ ਸਾਡੇ ਸੰਕਟ ਹੈ, ਦਲਿਤ ਪਰਿਵਾਰਾਂ 'ਚ ਵੀ ਇਹ ਕਾਫੀ ਸੰਕਟ ਹੈ ਅਤੇ ਸਮਸਾਨੀ 'ਚ ਵੀ। ਬੰਦੇ ਕਾਫੀ ਨਸ਼ੇ 'ਤੇ ਲੱਗੇ ਹੋਏ ਨੇ, ਜਿਹੜੇ ਇਵਨ ਦਿਹਾੜੀਦਾਰ ਵੀ ਨੇ ਜਾਂ ਉਹ ਵੀ ਨੇ। ਉਹਨਾਂ ਨੂੰ ਡਰ, ਬੀਬੀਆਂ ਨੂੰ ਇਹ ਖਾ ਰਿਹਾ ਤੁਸੀਂ ਤਾਂ ਠੇਕਾ ਕਰ ਦਿਓ, ਰੋਜ਼ ਘਰੇ ਸਾਨੂੰ ਆ ਕੇ ਕੁੱਟਣਗੇ, ਘਰੇਲੂ ਹਿੰਸਾ ਵੱਧ ਜਾਏਗੀ। ਸਗੋਂ ਤੁਸੀਂ ਠੇਕੇ ਦੀ ਹੋਮ ਡਿਲੀਵਰੀ ਕਰ ਰਹੇ ਹੋ ਤੇ ਸਾਨੂੰ ਅਸੀਂ ਜਿਹੜਾ ਰੁਜ਼ਗਾਰ ਮੰਗ ਰਹੇ ਹਾਂ, ਜਿਹਦੇ ਨਾਲ ਉਹਦੇ ਨਾਲ ਤਾਂ ਪੈਸਾ ਹੀ ਆਉਣਾ ਹੈ। ਦਿਨਕਰ ਗੁਪਤਾ ਨੇ ਮੰਨਿਆ ਹੈਗਾ, ਡੀਜੀਪੀ ਨੇ, ਇਹਦੇ ਸ਼ਰਾਬ ਦੇ ਠੇਕੇ ਖੁੱਲ੍ਹਣ ਤੋਂ ਪਹਿਲਾਂ ਦੇ ਉਹਨਾਂ ਦੇ ਅੰਕੜੇ ਨੇ ਕਿ 21% ਦੀ ਘਰੇਲੂ ਜਿਹੜੀ ਹਿੰਸਾ ਜਾਂ ਘਰੇਲੂ ਅਤਿਆਚਾਰ ਉਹ ਵਧਿਆ। ਹਾਂ, ਤੇ ਸ਼ਰਾਬ ਦੇ ਠੇਕੇ ਖੋਲ੍ਹਤੇ ਆ, ਉਹ ਤਾਂ ਵਧੂਗਾ ਨਹੀਂ, ਹੋਰ ਵਧੂਗੀ। 21% ਤਾਂ ਇਹਦੇ ਨਾਲ ਵੱਧ ਗਿਆ ਕਿ ਉਹਨਾਂ ਨੂੰ ਘਰਾਂ 'ਚ ਬੰਦ ਕਰਤਾ। ਜਿਹੜੇ ਮਾੜੇ ਮੋਟੇ ਕਿਤੇ ਆਉਂਦੇ ਸੀ ਘਰੇ, ਉਹੀ ਚਿੜੀ ਜਾਂਦਾ ਗਰੀਬ ਆਦਮੀ ਵੈਸੇ ਹੀ ਨਾ, ਜਦ ਰੋਜ਼ ਇੱਕ ਦੂਜੇ ਦਾ ਮੱਥਾ ਦੇਖੀ ਜਾਂਦੇ ਹੋ। ਜਿੰਨਾ ਮਰਜ਼ੀ ਪਿਆਰ ਮੁਹੱਬਤ ਹੁੰਦਾ ਕਿਸੇ ਦਾ, ਪਰ ਉਹ ਪਿਆਰ ਮੁਹੱਬਤ ਤਾਂ ਚੱਲਦਾ ਤੇ ਰੋਜੀ ਰੋਟੀ ਕਰਨ ਬਾਹਰ ਜਾਂਦਾ ਆਉਂਦਾ ਤਾਂ ਬੰਦਾ ਆਉਂਦਾ, ਆਉਂਦੇ ਨੂੰ ਬੰਦਾ ਮਿਲਦਾ। ਹਰ ਵਕਤ ਗੱਠਜੋੜ ਕਰ ਦਿਓ ਤਾਂ ਤਣਾਅ ਵਧਣੇ ਨੇ ਕਿਤੇ ਵੀ। ਤੁਸੀਂ ਜੇ ਕਹੋ ਨਾ ਵੀ ਘਰ ਦੇ ਅੰਦਰ ਹੀ ਰਹੋਗੇ ਤੁਸੀਂ, ਔਰ ਇਸ ਕਰਕੇ ਉਹ 21% ਤਾਂ ਆਪਦਾ ਹੀ ਇਹਨਾਂ ਦੀ ਆਪਣੀ ਫਿਗਰ ਹੈ। ਹਾਲਾਂਕਿ ਉਹਦੇ ਵਿੱਚ ਇਹੋ ਜਿਹੇ ਵੀ ਅਜੇ ਬਹੁਤ ਕੇਸ ਹੋਣਗੇ ਜਿਹੜੇ ਰਜਿਸਟਰਡ ਹੀ ਨਹੀਂ ਹੁੰਦੇ, ਜਿਹੜੇ ਆਉਂਦੇ ਹੀ ਨਹੀਂ। ਇਹ 21% ਫਿਗਰ ਤਾਂ ਉਹ ਹੈ ਜਿਹੜੇ ਰਜਿਸਟਰਡ ਹੋ ਰਹੇ ਨੇ। ਦੂਰ ਪਿੰਡਾਂ 'ਚ ਕੁੱਟਮਾਰ ਨੂੰ ਕੌਣ ਰਜਿਸਟਰਡ ਕਰਾਉਂਦਾ? ਵੀ ਅਗਲਾ ਕਹਿੰਦਾ ਚੱਲ 2 ਮਾਰਤੇ, ਸਾਡੇ ਤਾਂ ਹੁਣ ਤੱਕ ਇਹ ਸਮਝਦੇ ਰਹੇ ਨੇ ਵੀ ਆਪਦੀ ਵਾਈਫ ਦੇ ਤਾਂ 4 ਮਾਰਤੀਆਂ ਤਾਂ ਕੀ ਹੋ ਗਿਆ ਜੀ ਗਵਾਂਢ 'ਚ। ਇਹ ਹਾਂ, ਇਹ ਤਾਂ ਉਹ ਨੇ ਜਿਹੜੇ ਚੇਤਨ ਜੇ ਨੇ ਵੀ ਚਲੋ ਵੀ ਆਪਾਂ ਜਾ ਕੇ ਭਾਈ ਇਹ ਗੱਲ ਗਲਤ ਹੈ, ਔਰ ਉਹ ਨੇ 21 ਤੋਂ ਜ਼ਿਆਦਾ ਵਧੇ ਹੋਣਗੇ ਜੇਕਰ ਤੁਸੀਂ ਪ੍ਰੈਕਟੀਕਲ ਲਾਉਂਦੇ ਹੋ। ਤਾਂ ਜਦੋਂ ਬੰਦੇ ਦੇ ਅੰਦਰ ਸ਼ਰਾਬ ਚਲੀ ਗਈ ਜਾਂ ਕੋਈ ਵੀ ਹੋਰ ਨਸ਼ਾ ਚਲਾ ਗਿਆ ਮੰਨ ਲਓ, ਤਾਂ ਆਟੋਮੈਟਿਕਲੀ ਇਹ ਘਰ ਵਾਲੀ ਨੇ ਤਾਂ ਇਹੀ ਕਹਿਣਾ ਵੀ ਜਿੰਨੀ ਕੁ ਪੂੰਜੀ ਹੈ ਤੂੰ ਸ਼ਰਾਬ 'ਤੇ ਕਿਉਂ ਲਾਇਆ ਆ, ਜਾਂ ਤੂੰ ਨਸ਼ੇ 'ਤੇ ਕਿਉਂ ਖਰਚ ਕਰਦਾ, ਜਵਾਕਾਂ ਵੱਲ ਦੇਖ। ਉਹਦਾ ਦਿਮਾਗ ਪਹਿਲਾਂ ਹੀ ਮਤਲਬ ਅਸਮਾਨੀ ਚੜ੍ਹਿਆ ਹੁੰਦਾ, ਉਹ ਜਾ ਕੇ ਫਿਰ ਉਹੀ ਕੰਮ ਕਰਦਾ। ਔਰ ਇਹਦੇ 'ਤੇ ਕੋਈ ਕਿਸੇ ਨੇ ਨੋਟਿਸ ਨਹੀਂ ਲਿਆ ਅਜੇ। ਮਨਰੇਗਾ 'ਤੇ ਤੁਸੀਂ ਖੁੱਲ੍ਹ ਦੇਤੀ, ਇਹ ਗੌਰਮੈਂਟ ਕਿਉਂ ਨਹੀਂ ਕਰਦੀ ਵੀ ਭਾਈ ਲਾਗੂ ਕਿਉਂ ਨਹੀਂ ਹੋਈ? ਵੱਖ-ਵੱਖ BDP ਉਹਨੂੰ ਪੁੱਛੇ ਤੇਰੇ ਹਲਕੇ 'ਚ ਕਿੰਨੇ ਬੰਦੇ ਕੰਮ ਤੇ ਲੱਗੇ ਹੋਏ ਨੇ, ਜੇ ਕੰਮ ਤੇ ਨਹੀਂ ਲੱਗੇ ਹੋਏ ਤਾਂ ਕਿਉਂ ਨਹੀਂ ਹੋਏ ਜਦ ਉਹਦੇ 'ਚ ਛੂਟ ਹੈ ਹੁਣ ਤੱਕ। ਔਰ ਜੇ ਉਹਨਾਂ ਨੂੰ ਹੁਣ ਤੱਕ, ਮੈਂ ਤੁਹਾਡੇ ਸਾਹਮਣੇ ਇੱਕ ਜੇ ਉਦਾਹਰਨ ਦਿਆਂ, 550 ਸਾਲਾ ਗੁਰੂ ਨਾਨਕ ਸਾਹਿਬ ਦਾ ਸੀਗਾ। ਹਰ ਪੰਚਾਇਤ ਨੇ ਇੱਕ ਕੰਪਲਸਰ ਕਰਤੀ, ਇਹਨਾਂ ਨੇ ਇੱਕ ਆਰਡਰ ਕਰਤਾ ਸੀ ਵੀ 550 ਬੂਟੇ ਲਵਾਉਣੇ ਨੇ। ਹਰ ਪੰਚਾਇਤ ਨੇ, ਪਿੰਡਾਂ ਦੀਆਂ ਨੇ, ਹਰ ਪੰਚਾਇਤ ਨੇ 550 ਬੂਟੇ ਲਵਾਏ। 12,278 ਪਿੰਡ ਨੇ ਪੰਜਾਬ ਦੇ, ਠੀਕ ਹੈ। 550 ਬੂਟਾ ਲਵਾਇਆ ਅਤੇ 550 ਨੂੰ ਜੇ ਤੁਸੀਂ ਗੁਣਾ ਕਰ ਲਓ, ਮਨਰੇਗਾ 'ਚ 550 ਬੂਟੇ ਮਗਰ ਮਤਲਬ ਪੂਰਾ 3 ਸਾਲ ਤੱਕ ਉਹਨਾਂ ਨੂੰ ਪਾਲਣ ਦੇ ਵਾਸਤੇ ਰੁਜ਼ਗਾਰ 100 ਦਿਨ ਦਾ ਦਿੱਤਾ ਜਾ ਸਕਦਾ ਹੈ। 200 ਬੂਟੇ ਮਗਰ 4 ਪਰਿਵਾਰ ਇੱਕ ਐਡਜਸਟ ਹੁੰਦੇ ਨੇ। 300 ਬੂਟੇ ਮਗਰ ਮਤਲਬ 550 ਬੂਟੇ ਦੇ ਮਗਰ 10 ਪਰਿਵਾਰ ਐਡਜਸਟ ਹੁੰਦੇ ਨੇ। ਅੱਜ ਤੱਕ 10 ਪਰਿਵਾਰ ਐਡਜਸਟ ਕੀਤੇ ਹੁੰਦੇ। ਹੁਣ ਜਾ ਕੇ ਗਰਾਊਂਡ 'ਤੇ ਗੌਰਮੈਂਟ ਸਰਵੇ ਕਰਾ ਲੇ, ਉਹ ਬਾਬੇ ਨਾਨਕ ਦੇ ਨਾਂ 'ਤੇ ਸੁੱਟ ਤਾਂ 550 ਬੂਟਾ 90% ਸੁੱਕ ਚੁੱਕੇ ਨੇ ਉਹਨਾਂ 'ਚੋਂ। ਕਿਸੇ ਨੇ ਪਾਣੀ ਨਹੀਂ ਪਾਇਆ ਤੇ ਉਹ ਸੜ ਗਏ ਨੇ। ਬਾਬੇ ਨਾਨਕ ਨੂੰ ਵੀ ਧੋਖਾ ਦਿੰਦੇ ਰਹੋ, ਉਹਦੇ ਪ੍ਰਤੀ ਤਾਂ ਦਿਆਨਤਦਾਰ ਰਹੋ। ਨਹੀਂ, ਧੋਖਾ ਇਸ ਤਰ੍ਹਾਂ ਹੈ ਕਿ ਤੁਸੀਂ ਸੀਰੀਅਸ ਨਹੀਂ ਹੋ। ਜੇ ਗੁਰੂ ਨਾਨਕ ਨਾਲ ਸੀਰੀਅਸ ਹੁੰਦੇ ਤਾਂ ਨਾਲ ਤੁਸੀਂ ਬੰਦੋਬਸਤ ਕਰਦੇ ਕਿ ਬਾਬੇ ਦੇ ਨਾਂ 'ਤੇ ਲੱਗਿਆ ਬੂਟਾ ਹੈ, ਇਹਦੇ ਲਈ ਆ ਬੰਦੇ ਲਾਏ ਨੇ,
ਜਿਹੜੇ ਬੰਦੇ ਪਾਣੀ ਪਾਉਣਗੇ, ਜਿਹੜੇ ਬੰਦੇ ਉਹਨੂੰ ਦੇਖਣਗੇ, ਉਹਦੀ ਦੇਖ ਰੇਖ ਕਰਨਗੇ। ਇਹਦੇ ਸੀਰੀਅਸ ਤੇ ਤਾਂ ਹੋ ਗਏ ਜੇ ਕੈਪਟਨ ਅਮਰਿੰਦਰ ਸਿੰਘ ਖੁਦ 3 ਸਾਲਾਂ 'ਚ ਦਫ਼ਤਰ ਆਇਆ ਹੋਊਗਾ ਜੀ। ਇਹੀ ਨਹੀਂ, ਅਮਰਿੰਦਰ ਸਿੰਘ ਤੋਂ ਲੈ ਕੇ ਟੋਟਲ ਬਿਊਰੋਕ੍ਰੇਸੀ ਤੱਕ, ਟੋਟਲ ਪੰਚਾਇਤਾਂ ਤੱਕ ਤੁਸੀਂ ਰਸਮ ਨਿਭਾਈ ਕੀਤੀ ਹੈ। ਤੁਸੀਂ ਗੁਰੂ ਨੂੰ ਵੀ ਧੋਖਾ ਦੇ ਸਕਦੇ ਹੋ, ਬਾਕੀ ਵਿਚਾਰਾ ਆਮ ਗਰੀਬ ਆਦਮੀ, ਪ੍ਰਵਾਸੀ ਮਜ਼ਦੂਰ, ਬਾਕੀ ਤਾਂ ਹੈ ਹੀ ਨਹੀਂ। ਜਦੋਂ ਤੁਸੀਂ ਕਿਸੇ ਬਾਰੇ ਬਹੁਤ ਅਕੀਦਾ ਹੁੰਦਾ ਤੇ ਇੱਕ ਦੂਜੇ ਦੀ ਰਿਸਪੈਕਟ ਬੰਦੇ ਵੀ ਕਰਦੇ ਹੋਣ, ਤੇ ਤੁਸੀਂ ਕਿਤੋਂ ਆਉਣਾ ਹੋਵੇ, ਮੈਂ ਕਿੰਨਾ ਪ੍ਰਬੰਧ ਕਰਦਾ, ਕੋਈ ਵੀ ਅਫਸਰ ਤਾਂ ਕਹਿੰਦਾ ਉੱਥੇ ਸਟੇਸ਼ਨ ਤੇ ਜਾਣਾ ਚਾਹੀਦਾ, ਉੱਥੇ ਖੜਾ ਰਹੀ, ਆਹ ਤਖਤੀ ਲੈ ਜੀ, ਇਹਦੇ 'ਚ ਕਿਤੇ ਬੰਦੇ ਨੂੰ ਹੈਰਾਨੀ ਨਾ ਹੋਵੇ, ਤਾਂ ਕਿੰਨਾ ਸੀਰੀਅਸਲੀ ਪਲਾਨਿੰਗ ਕਰਦੇ ਆ। ਇਹਦੀ ਪਲਾਨਿੰਗ ਸਾਡੇ ਸਾਹਮਣੇ ਦੱਸ ਰਹੀ ਹੈ ਕਿ ਪਲਾਨਿੰਗ ਕਿਹੋ ਜਿਹੀ ਹੈ। ਅੱਛਾ, ਤਾਂ ਲੱਗਦਾ ਜਿਹੜਾ 35 ਕਰੋੜ ਰੁਪਏ ਨਾਲ ਰੱਖ ਲਿਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਬਾਹਰ ਜਾਣਾ ਚਾਹੁੰਦੇ ਚਲੇ ਜਾਣ, ਉਹਨਾਂ ਨੂੰ 35 ਕਰੋੜ ਹੋਰ ਵੀ ਸਰਕਾਰ ਨੂੰ ਪੈਸੇ ਖਰਚਣੇ ਪੈਣਗੇ। ਰੋਜ਼ ਟ੍ਰੇਨਾਂ ਨੂੰ DC ਝੰਡੀਆਂ ਦੇ ਰਹੇ ਨੇ, ਉਹਨਾਂ ਦੀ ਭਲਾਈ ਵਾਸਤੇ ਇੱਥੇ 35 ਕਰੋੜ ਰੁਪਇਆ ਲਾਇਆ ਜਾਂਦਾ ਹੈ। ਨਹੀਂ, ਮੈਨੂੰ ਤਾਂ ਲੱਗਦਾ ਇਹ ਗੱਲ ਹੀ ਗਲਤ ਕੀਤੀ। ਇੱਕ ਤਾਂ ਜਿਹੜਾ ਲਾਕਡਾਊਨ ਜਦੋਂ ਐਲਾਨ ਕੀਤਾ, ਇਹ ਸਭ ਤੋਂ ਵੱਡੀ ਮੈਨੂੰ ਲੱਗਦਾ ਲਾਪਰਵਾਹੀ ਹੈ ਕਿ ਉਹ ਟਾਈਮ ਹੀ ਨਹੀਂ ਦਿੱਤਾ। ਜਿਵੇਂ ਪ੍ਰਧਾਨ ਮੰਤਰੀ ਨੇ ਪਹਿਲਾਂ ਰਾਤ ਨੂੰ ਆ ਕੇ 8 ਵਜੇ ਸਾਰੀ ਜਨਤਾ ਨੂੰ ਕਹਿਤਾ ਵੀ ਤੁਹਾਡੇ ਨੋਟ ਰੱਦੀ ਨੇ, ਹੈ ਨਾ, ਵੀ ਆਹ ਜਿਹੜੇ ਤੁਹਾਡੀ ਜੇਬਾਂ 'ਚ ਨੇ ਇਹ ਕੱਲ੍ਹ ਤੋਂ ਕਾਗਜ਼ ਨੇ, ਇਹ ਕੋਈ ਨਹੀਂ ਚੱਲੇਗਾ ਤੇ ਨਵੇਂ ਆਉਣਗੇ। ਉਵੇਂ ਹੀ ਹੁਣ ਕਹਿਤਾ 3.5 ਘੰਟੇ ਦਿੱਤੇ ਆ ਕੇ ਸ਼ਾਮ ਨੂੰ ਵੀ ਇੰਨੇ ਵਜੇ ਤੋਂ ਰਾਤ ਨੂੰ ਲਾਕਡਾਊਨ ਹੈ, ਕੋਈ ਨਹੀਂ ਜਾਏਗਾ। ਸਟੰਟ ਮਾਰਦੇ। ਜੇ ਤੁਸੀਂ ਚਾਹੀਦਾ ਸੀ ਪਹਿਲਾਂ ਤਾਂ, ਅਜੇ RTI 'ਚ ਕੱਲ੍ਹ ਦੀ ਇਨਫੋਰਮੇਸ਼ਨ ਆਈ ਹੈ, ਕੇਂਦਰ ਦੀ ਸਰਕਾਰ ਦੇ ਲੇਬਰ ਮਿਨਿਸਟਰੀ ਕੋਲ ਹਜੇ ਤੱਕ ਕੋਈ ਡਾਟਾ ਨਹੀਂ ਹੈ ਕਿ ਕਿੰਨੇ ਮਜ਼ਦੂਰ ਵੱਖ-ਵੱਖ ਰਾਜਾਂ 'ਚ ਪ੍ਰਵਾਸੀ ਤੌਰ 'ਤੇ ਗਏ ਹੋਏ ਨੇ। ਉਹਨਾਂ ਦਾ ਕੋਈ ਅੰਕੜਾ ਹੀ ਹੈ ਨਹੀਂ। ਉਹਨਾਂ ਦਾ ਅੰਕੜਾ ਨਾ ਹੋਣ ਦੇ ਕਰਕੇ ਫਿਰ ਤੁਹਾਡੀ ਪਲਾਨਿੰਗ ਕਿਵੇਂ ਬਣੂਗੀ ਜੇ ਅੰਕੜਾ ਨਹੀਂ ਹੈ। ਉਹਦੀ ਪਲਾਨਿੰਗ ਬਣਾਉਣ ਦੀ ਗੱਲ ਇਹ ਸੀ ਕਿ 2-4 ਦਿਨ ਦਿੰਦੇ ਕਿ ਜਿਨ੍ਹਾਂ ਨੇ ਆਪਣੇ ਆਪਣੇ ਘਰ ਜਾਣਾ ਹੈ, ਆਹ ਟ੍ਰੇਨਾਂ ਨੇ, ਟ੍ਰੇਨਾਂ ਪਹਿਲਾਂ ਨਾਲੋਂ ਵੱਧ ਚੱਲਣਗੀਆਂ, ਉਹ ਆਪਣੇ ਆਪਣੇ ਘਰ ਜਾ ਕੇ ਐਡਜਸਟ ਹੋ ਸਕਦਾ। ਤੇ ਉਹਨਾਂ ਨਾਲ ਤੁਸੀਂ ਪਸ਼ੂਆਂ ਤੋਂ ਵੀ ਬਦਤਰ ਸਲੂਕ ਕੀਤਾ। ਜਿਹੜੇ ਬੰਦਿਆਂ ਨੂੰ ਲੱਗਿਆ ਵੀ ਫਸ ਗਏ, ਉਹ ਬੰਦੇ ਤੁਰ ਪਏ ਪੈਦਲ, ਭੁੱਖਣ ਭਾਣੇ, ਕਿਤੇ ਰਿਹਾਇਸ਼ ਲਈ ਜਗ੍ਹਾ ਨਹੀਂ, ਕਿਰਾਏਦਾਰ ਕਿਰਾਇਆ ਮੰਗ ਰਿਹਾ ਹੈ, ਰੋਟੀ ਥੋੜ੍ਹੇ ਦਿਨ ਦਿੱਤੀ ਸੰਸਥਾਵਾਂ ਨੇ ਮਾੜੀਆਂ ਮੋਟੀਆਂ ਨੇ, ਰੋਟੀ ਤਾਂ ਮਿਲੇ ਨਹੀਂ ਸਕਦੀ ਇਸ ਤਰੀਕੇ ਨਾਲ ਸਾਰਾ ਦਿਨ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ। ਉਹਦਾ ਰੀਜਨ ਇਹ ਹੈ ਕਿ ਜਦੋਂ ਹਰ ਬੰਦਾ ਆਪਣੀ ਰੋਜੀ ਰੋਟੀ ਲਈ ਭੱਜਿਆ ਫਿਰਦਾ, ਉਦੋਂ ਉਹਨੂੰ ਪੂਰੀ ਰੋਟੀ ਨਹੀਂ ਮਿਲਦੀ, ਤਾਂ ਕੋਈ ਤੀਜੇ ਬੰਦੇ ਆ ਕੇ ਉਹਨੂੰ ਰੋਟੀ ਪੂਰੀ ਦੇ ਦੇਣਗੇ, ਸੰਭਵ ਹੀ ਨਹੀਂ ਹੈ। ਠੀਕ ਹੈ, ਮਾੜੀ ਮੋਟੀ ਆਈ ਚਲਾਈ ਹੁੰਦੀ ਹੈ। ਇਹ ਸਾਰੇ ਫਰਾਡ ਡਾਟਾ ਹੋਊਗਾ ਜੇਕਰ ਹੋਏਗਾ। ਔਰ ਅਜੇ ਵੀ ਪਿੰਡਾਂ ਨੇ ਆਪਣੇ ਬੰਦੇ ਜ਼ਿਆਦਾ ਸਾਂਭੇ ਨੇ ਸ਼ਹਿਰਾਂ ਨਾਲੋਂ। ਪਿੰਡਾਂ 'ਚ ਫਿਰ ਵੀ ਇਕੱਠੇ ਹੋ ਕੇ ਲੋਕਾਂ ਨੇ ਕੋਈ ਰਾਸ਼ਨ ਦੇਤਾ ਵੰਡ ਕੇ, ਜੇ ਉਹ ਥੋੜ੍ਹਾ ਜਿਹਾ ਭਾਈਚਾਰਾ ਹੈ। ਮਤਲਬ ਸ਼ਹਿਰ ਨੇ ਤਾਂ ਉਹਨਾਂ ਨੂੰ ਕਹਿੰਦਾ ਤੂੰ ਜਾ ਜਿੱਥੇ ਜਾਣਾ। ਉਹਦੇ ਨਾਲ ਕੀ ਹੋ ਗਿਆ, ਫਿਰ ਤੁਸੀਂ ਰੋਕ ਲਾਤਾ ਵੀ ਸਟੇਟ ਦਾ ਬਾਰਡਰ ਕ੍ਰਾਸ ਨਹੀਂ ਕਰਨ ਦਿੰਦੇ ਅਸੀਂ। ਉਹਨਾਂ 'ਤੇ ਜਿਵੇਂ ਸਪਰੇਅ ਛਿੜਕੀ, ਜਿਸ ਤਰ੍ਹਾਂ ਉਹਨਾਂ ਨੂੰ ਤੁੰਨਿਆ ਸਕੂਲਾਂ ਦੇ ਵਿੱਚ, ਵੱਖ-ਵੱਖ ਥਾਵਾਂ 'ਤੇ। ਫਿਰ ਤੁਸੀਂ ਕੀ ਕੀਤਾ ਕਿ ਜਿਹੜੇ ਤਾਂ ਬੰਦੇ ਹੈਗੇ, ਤੁਸੀਂ ਵਿਕਸਿਤ ਦੇਸ਼ ਦੱਸੋ ਆਪਣੇ ਨਾਗਰਿਕਾਂ ਦਾ ਕਿੰਨਾ ਸਨਮਾਨ ਕਰਦਾ ਜਿਹੜੇ ਦੇਸ਼ ਨੇ। ਸਪੈਸ਼ਲ ਫਲਾਈਟਾਂ ਲਿਆਂਦੀਆਂ, ਇਹ ਸਾਰੇ ਲਾਕਡਾਊਨ 'ਚ ਆਪਣੇ ਬੰਦੇ ਚੱਕ ਕੇ ਲੈ ਗਏ ਨਾ। ਉਹਨਾਂ ਨੇ ਤਾਂ ਨਹੀਂ ਕਿਹਾ ਕਿ ਜੀ ਸਾਡੇ ਆ ਕੇ ਐਂ ਗੰਦ ਪੈ ਜਾਊਗਾ, ਸਾਡੇ ਆ ਕੇ ਇਹ ਕਰ ਦੇਗਾ, ਇਹ ਕਰ ਦੇਗਾ। ਤਾਂ ਫਿਰ ਸਾਡੇ ਨਾਗਰਿਕ ਦਾ ਸਨਮਾਨ ਕਿੱਥੇ ਹੈ? ਸਾਡੇ ਨਾਗਰਿਕ ਤਾਂ ਕੋਈ ਹੈ ਹੀ ਨਹੀਂ। ਸਾਡੇ ਤਾਂ ਭੀੜ ਬਣਾਈ ਹੋਈ ਹੈ ਵੀ ਜੋ ਮਰਜ਼ੀ ਫੈਸਲਾ ਕਰ ਦਿਓ, ਆਪਾਂ ਕੀ ਲੈਣਾ। ਉਹਨਾਂ ਦਾ ਬੰਦੋਬਸਤ ਪਹਿਲਾਂ ਕਰਨਾ ਚਾਹੀਦਾ ਸੀ। ਦੂਜੀ ਗੱਲ, ਹੁਣ ਫਿਰ ਹੋਇਆ ਜਿਉਂ-ਜਿਉਂ ਪ੍ਰੈਸ਼ਰ ਪਿਆ, ਜਿਹੜਾ ਜਿੰਨਾ ਕੁ ਪ੍ਰਭਾਵ ਰੱਖਦਾ ਸੀ, ਕਿਸੇ ਦਾ ਆਰਥਿਕ ਪ੍ਰਭਾਵ ਜ਼ਿਆਦਾ ਸੀ, ਕਿਸੇ ਦਾ ਸਿਆਸੀ ਪ੍ਰਭਾਵ ਜ਼ਿਆਦਾ ਸੀ, ਕਿਸੇ ਦਾ ਪੈਸੇ ਦਾ ਮਤਲਬ ਦੂਜਾ ਧਾਰਮਿਕ ਪ੍ਰਭਾਵ ਜ਼ਿਆਦਾ ਸੀ, ਕਿਸੇ ਦਾ ਕੋਈ। ਉਹਨਾਂ ਲਈ ਬੋਲਦੇ ਰਹੇ ਪੋਲੀਟੀਸ਼ੀਅਨ, ਉਹਨਾਂ ਲਈ ਪ੍ਰਬੰਧ ਵੀ ਕੀਤੇ ਮੰਗਾਉਣ ਦੇ। ਸਭ ਦੇ ਪ੍ਰਬੰਧ ਹੋਣੇ ਚਾਹੀਦੇ ਨੇ, ਪਰ ਮਜ਼ਦੂਰਾਂ ਦੇ ਵਾਸਤੇ ਕੋਈ ਬੋਲਿਆ? ਕਿਸੇ ਨੇ ਕੋਈ ਪ੍ਰਬੰਧ ਕੀਤਾ? ਪੰਜਾਬ ਦੇ ਅਜੇ ਵੀ ਜਿਹੜੇ ਮਜ਼ਦੂਰ ਫਸੇ ਹੋਏ ਨੇ ਮੱਧ ਪ੍ਰਦੇਸ਼ ਦੇ ਵਿੱਚ, ਬਾਕੀ ਜਗ੍ਹਾ ਕਿੰਨੇ, ਅਜੇ ਵੀ ਹਜ਼ਾਰਾਂ ਨੇ, ਘੱਟ ਨਹੀਂ ਹੈ। ਉਹਨਾਂ ਦੀ ਗੱਲ ਅੱਜ ਵੀ ਕਿਤੇ ਹੋ ਰਹੀ ਹੈ। ਔਰ ਉਹ ਤਾਂ ਜਿੱਥੇ ਜਿੱਥੇ ਲਿਆਓਗੇ, ਔਰ ਮਤਲਬ 47 ਬੰਦਿਆਂ ਦਾ ਤਾਂ ਮੈਨੂੰ ਫੋਨ ਪਰਸੋਂ ਆਇਆ, ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਬੈਠੇ ਹੋਏ ਨੇ, DC ਨੇ ਉਹਨਾਂ ਦੇ ਨੇ ਪੂਰਾ ਪੁੱਛਾਇਆ ਤਹਿਸੀਲਾਂ ਤੋਂ ਕਿ ਕਿੰਨੇ ਨੇ। 47 ਨੇ। 47 ਲਈ ਤਾਂ ਇੱਕ ਠੀਕ ਠਾਕ ਜੀ 2 ਬੱਸਾਂ ਭੇਜ ਕੇ ਜੇ ਅਲੱਗ-ਅਲੱਗ ਵੀ ਰੱਖਣਾ ਤਾਂ ਉਹਨਾਂ ਨੂੰ ਲਿਆਂਦਾ ਹੀ ਜਾ ਸਕਦਾ, ਐਡੀ ਕੋਈ ਗੱਲ ਨਹੀਂ ਹੈ। ਇਹਦੇ ਵਿੱਚ ਵੀ ਇਹ ਪ੍ਰੋਬਲਮ ਹੈ, ਅਸੀਂ ਮਜ਼ਦੂਰਾਂ ਪ੍ਰਤੀ ਤੇ ਗਰੀਬ ਆਦਮੀ ਪ੍ਰਤੀ ਉਹਨੂੰ ਸਿਟੀਜ਼ਨਸ਼ਿਪ ਨਹੀਂ ਦਿੰਦੇ, ਉਹਨੂੰ ਨਾਗਰਿਕ ਨਹੀਂ ਮੰਨਦੇ, ਉਹਨੂੰ ਕੱਲਾ ਸਾਡਾ ਨੌਕਰੀ ਪੇਸ਼ ਦਾ ਬੰਦਾ ਮੰਨਦੇ ਆ, ਦਿਹਾੜੀਦਾਰ ਆਦਮੀ ਮੰਨਦੇ ਆ। ਸਭ ਤੋਂ ਵੱਡਾ ਜਿਹੜਾ ਹੁਣ ਮਸਲਾ ਕਿ ਲੋਕੀ ਰੋਜੀ ਰੋਟੀ ਵਾਸਤੇ ਤੇ ਭਟਕ ਰਹੇ ਨੇ, ਲੰਗਰ ਚੱਲ ਰਹੇ ਨੇ। ਸਰਕਾਰ ਕਹਿ ਰਹੀ ਕਿ ਸ਼ਰਾਬ ਤੋਂ ਕਮਾਈ ਹੈਗੀ ਆ, ਮੰਤਰੀ ਕਹਿ ਰਹੇ, ਸਰਕਾਰ ਕਹਿ ਰਹੀ ਹੈ ਕਿ ਲੋਕਾਂ ਦੀ ਮੰਗ ਸੀ ਤਾਂ ਅਸੀਂ ਠੇਕੇ ਖੋਲ੍ਹਦੇ, ਤੇ ਹੁਣ ਹੋਮ ਡਿਲੀਵਰੀ ਹੈ ਸ਼ੁਰੂ ਕਰਤੀ ਪੰਜਾਬ ਸਰਕਾਰ ਨੇ। ਇਹ ਤਾਂ ਇੱਕ ਹੋਰ ਇਹ ਪੰਗਾ ਪਾਤਾ, ਜਿਵੇਂ ਕੱਲ ਮੁਕਤਸਰ ਦੇ ਵਿੱਚ ਇੱਕ ਲੈਟਰ ਹੀ ਨਿਕਲ ਗਿਆ ਕਿ ਧਾਰਮਿਕ ਸੰਸਥਾਵਾਂ ਦੇ ਵਿੱਚ ਅਨਾਉਂਸ ਕਰੋ ਵੀ ਹੋਮ ਡਿਲੀਵਰੀ ਸ਼ਰਾਬ ਦੀ ਹੋਏਗੀ। ਉਹ ਬਾਅਦ 'ਚ ਵਾਪਸ ਹੋ ਗਿਆ, ਪਤਾ ਨਹੀਂ ਸੀ ਮੈਨੂੰ, ਉਹਦਾ ਅਣਜਾਣਤਾ 'ਚ ਕਿਸੇ ਨੇ ਕੱਢਿਆ ਹੋਣਾ, ਨਹੀਂ ਤਾਂ ਪੰਜਾਬ ਬਾਰੇ ਜੇ ਇਹ ਪਤਾ ਹੁੰਦਾ ਤਾਂ ਸ਼ਾਇਦ ਨਾ ਉਸ ਪੈ ਜਾਂਦਾ। ਤਾਂ ਹੋਮ ਡਿਲੀਵਰੀ ਕਿਉਂ?
ਹੋਮ ਡਿਲੀਵਰੀ ਕਰਕੇ ਪੰਜਾਬ ਸਰਕਾਰ ਦੀ ਪਾਲਿਸੀ ਜਿਹੜੀ ਹੈ ਸ਼ਰਾਬ ਦੀ, ਉਹਦੇ 'ਚ ਲਿਖਿਆ ਗਿਆ ਦੇਸ਼ ਪੰਜਾਬ ਦੀ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਹੈ ਜਿਹੜਾ, ਉਹਦੇ 'ਚ ਲਿਖਿਆ ਗਿਆ ਕਿ ਅਸੀਂ ਹੌਲੀ ਹੌਲੀ ਗ੍ਰੈਜੂਅਲੀ ਸ਼ਰਾਬ ਦੇ ਠੇਕਿਆਂ ਦਾ ਨੰਬਰ ਵੀ ਘਟਾਵਾਂਗੇ ਤੇ ਅਸੀਂ ਸ਼ਰਾਬ ਤੋਂ ਲੋਕਾਂ ਨੂੰ ਵਾਪਸ ਮੋੜਾਂਗੇ ਹੌਲੀ ਹੌਲੀ ਕਰਦੇ ਕਰਦੇ। ਪਰ ਜਦ ਤੁਸੀਂ ਹੋਮ ਡਿਲੀਵਰੀ ਕਰਨ ਲੱਗ ਗਏ, ਤੁਸੀਂ ਆਪਦੇ ਚੋਣ ਮੈਨੀਫੈਸਟੋ ਦੇ ਵੀ ਖਿਲਾਫ ਜਾ ਰਹੇ ਹੋ, ਆਪਣੀ ਪਾਲਿਸੀ ਦੇ ਵੀ ਖਿਲਾਫ ਜਾ ਰਹੇ ਹੋ। ਔਰ ਲੋਕ ਕੋਈ ਲੈਣ ਆ ਗਿਆ, ਕਿਤੇ ਲੈਣ ਆ ਗਿਆ, ਲੋਕਾਂ ਦਾ ਤੁਸੀਂ ਦੇਖਿਆ ਹੀ ਆ ਡੱਬਿਆਂ ਦੇ ਡੱਬੇ ਜਿਸ ਤਰੀਕੇ ਦੇ ਨਾਲ ਚੱਕ ਕੇ ਲੈ ਗਏ, ਜਿੱਥੇ ਉਹ ਜਿਹੜਾ ਇੰਨੇ ਦਿਨ ਲੋਕਾਂ ਨੂੰ ਦੂਰ ਰੱਖਿਆ ਸੋਸ਼ਲ ਡਿਸਟੈਂਸ ਪਲਾਨਾਂ ਤੇ ਉਹਦਾ ਕੀ ਰਹਿ ਗਈ ਔਕਾਤ, ਉਹਦਾ ਕੋਈ ਵਜੂਦ ਨਹੀਂ ਬਚਿਆ। ਔਰ ਇਸ ਕਰਕੇ ਤੁਸੀਂ, ਔਰ ਮੈਨੂੰ ਤਾਂ ਇਹ ਲੱਗਦਾ ਸੀ ਵੀ ਇਹ ਮੌਕੇ ਨੂੰ ਸਰਕਾਰ ਨੂੰ ਸਗੋਂ ਬਿਹਤਰ ਪਾਸੇ ਲਾਉਣਾ ਚਾਹੀਦਾ ਸੀ, ਨਾਲ ਪ੍ਰਚਾਰ ਪ੍ਰਸਾਰ ਹੁੰਦਾ, ਜਿੰਨੇ ਬੰਦੇ ਇਹਦੇ 'ਚ ਨਸ਼ਿਆਂ ਤੋਂ ਰੋਕੇ ਜਾ ਸਕਦੇ ਸੀ, ਨਸ਼ਾ ਛਡਾਇਆ ਜਾ ਸਕਦਾ ਸੀ, ਸ਼ਰਾਬ ਤੋਂ ਵੀ ਥੋੜ੍ਹਾ ਜਿਹਾ ਪਿੱਛੇ ਜਿਹੜਾ ਹੁਣ 1.5 ਮਹੀਨਾ ਛੱਡ ਗਿਆ ਤਾਂ ਉਹਦਾਂ 'ਚੋਂ ਛੱਡ ਵੀ ਤਾਂ ਸਕਦੇ ਨੇ, ਐਡੀ ਕੋਈ ਗੱਲ ਨਹੀਂ, 1 ਨੰਬਰ ਤਾਂ ਘਟਾਓ, ਪਰ ਤੁਸੀਂ ਉਸ ਪਾਸੇ ਨਹੀਂ ਜਾਂਦੇ। ਔਰ ਜੇ ਇਕੋਨਮੀ ਦੀ ਗੱਲ ਕਰਨੀ ਹੈ, ਮਨਰੇਗਾ ਸਭ ਤੋਂ ਵੱਡਾ ਇੱਕ ਇਸ਼ੂ ਹੈ ਜਿਹਦੇ 'ਚ 90% ਦਿਹਾੜੀ ਗੌਰਮੈਂਟ ਆਫ ਇੰਡੀਆ ਤੋਂ ਆਉਂਦੀ ਹੈ, ਤੁਸੀਂ ਕੇਵਲ ਕੰਮ ਦੇਣਾ ਔਰ ਕੰਮ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਬੰਦੇ, ਹੁਣ ਤੱਕ 11 ਲੱਖ ਜੌਬ ਕਾਰਡ ਹੈ ਤੁਹਾਡੇ 'ਚ, 28 ਲੱਖ ਕਿਉਂ ਨਹੀਂ ਬਣ ਸਕਦਾ? ਔਰ ਪੰਜਾਬ ਦੇ 32 ਲੱਖ ਪੇਂਡੂ ਪਰਿਵਾਰਾਂ ਦੇ ਵਿੱਚੋਂ ਤੁਸੀਂ ਲਗਭਗ 67% ਕਿਹਾ ਹੋਇਆ ਕਿ ਉਹ ਜਿਹੜਾ ਫੂਡ ਸਿਕਿਉਰਿਟੀ ਐਕਟ ਹੈ ਉਹਦੇ ਤਹਿਤ ਆਉਂਦਾ ਹੈ। ਇਹਦਾ ਮਤਲਬ ਆਪਦੀ ਰੋਜੀ ਰੋਟੀ ਜੋਗਾ ਨਹੀਂ ਹੈ। 58% ਤੁਹਾਡੀ ਸੈਂਸਸ ਕਹਿੰਦੀ ਹੈ, ਜਿਹੜੀ ਇਕਨੋਮਿਕ ਤੇ ਸੋਸ਼ਲ ਸੈਂਸਸ ਗੌਰਮੈਂਟ ਆਫ ਇੰਡੀਆ ਦੀ 82 ਸਾਲਾਂ ਬਾਅਦ 2011 ਦੀ ਹੈ, ਉਹ ਕਹਿੰਦੀ ਹੈ ਕਿ ਪੰਜਾਬ ਦੇ ਪਿੰਡਾਂ 'ਚ 58% ਲੋਕ ਹੋਏ ਨੇ ਜਿਹੜੇ 5000 ਰੁਪਏ ਡੇਲੀ ਤੋਂ ਘੱਟ 'ਤੇ ਗੁਜ਼ਾਰਾ ਕਰਦੇ ਨੇ। ਤੁਸੀਂ ਉਹ ਸਾਰਿਆਂ ਨੂੰ ਮਨਰੇਗਾ ਹੇਠ ਲਿਆਓਗੇ ਤਾਂ 20-22 ਲੱਖ ਕਾਰਡ ਜਦ ਮਰਜ਼ੀ ਬਣਾ ਸਕਦੇ ਹੋ। ਔਰ 20-22 ਲੱਖ ਕਾਰਡ ਬਣੇਗਾ, 100 ਦਿਨ ਦਾ ਰੁਜ਼ਗਾਰ ਦਿਓਗੇ, 263 ਰੁਪਏ ਦਿਹਾੜੀ ਹੈ। ਤੁਸੀਂ ਉਹਦੇ ਅੰਦਾਜ਼ਾ ਲਾ ਕੇ ਦੇਖ ਲਓ, ਲਗਭਗ ਮਤਲਬ 50-60 ਕਰੋੜ ਰੁਪਇਆ ਡੇਲੀ ਦਾ ਬਣਦਾ ਹੈ। ਇਹ ਸਾਡੇ ਜਿਹੜੇ ਅਫਸਰ ਨੇ ਸਾਡੇ, ਔਰ ਉਹ ਸਾਰੇ ਉਹਦੇ ਨਾਲ 40% ਮਟੀਰੀਅਲ ਕਾਸਟ ਸਕੀਮ ਨਹੀਂ ਬਣਾਉਂਦੇ, ਸਾਰਾ ਪੈਸਾ ਤਾਮਿਲਨਾਡੂ ਲੈ ਜਾਂਦਾ, ਆਂਧਰਾ ਪੈਸਾ ਲੈ ਜਾਂਦਾ, ਪੰਜਾਬ ਵਾਲੇ ਕਿਉਂ ਨਹੀਂ ਲੈ ਜਾਂਦੇ? ਨਹੀਂ, ਬਣਿਆ ਹੋਇਆ ਹੈ ਕਾਨੂੰਨ, ਬਣਿਆ ਹੋਇਆ ਸਕੀਮ ਛੱਡੋ, ਫੰਡਾਮੈਂਟਲ ਰਾਈਟ ਹੈ ਲੋਕਾਂ ਦਾ। ਪਹਿਲੀ ਵਾਰ ਇਹ ਦੁਨੀਆ ਦੀ ਸਭ ਤੋਂ ਵੱਡੀ ਇੱਕ ਹੱਕ ਹੈ ਜਿੱਥੇ ਤੁਹਾਨੂੰ ਬੇਰੁਜ਼ਗਾਰੀ ਭੱਤੇ ਦੀ ਵੀ ਲੋੜ ਹੈ। ਬੇਰੁਜ਼ਗਾਰੀ ਭੱਤਾ ਇਸੇ ਕਰਕੇ ਸਟੇਟਾਂ ਦੇ ਜਿਵੇਂ ਪਾਇਆ ਵੀ ਜੇ ਤੁਸੀਂ ਕੰਮ ਨਹੀਂ ਦਿਓਗੇ ਤਾਂ ਬੇਰੁਜ਼ਗਾਰੀ ਭੱਤਾ ਦੇਣਾ ਪਏਗਾ। ਔਰ ਬੇਰੁਜ਼ਗਾਰੀ ਭੱਤੇ ਲਈ ਜਿਹੜਾ ਇੰਪਲਾਇਮੈਂਟ ਫੰਡ ਕ੍ਰੀਏਟ ਹੁੰਦਾ, ਸਾਡੀ ਸਟੇਟ ਨੇ ਅਜੇ ਤੱਕ ਉਹ ਨਹੀਂ ਕੀਤਾ। ਪੁੱਛਣਾ ਚਾਹੀਦਾ ਰਜਿੰਦਰ ਸਿੰਘ ਬਾਜਵਾ ਨੂੰ ਉਹ ਫੰਡ ਕਿਉਂ ਨਹੀਂ ਹੋਇਆ, ਜੇ ਤੋਂ ਪਹਿਲੀਆਂ ਅਕਾਲੀ ਗੌਰਮੈਂਟ ਨੇ ਵੀ ਕਿਉਂ ਨਹੀਂ ਕੀਤਾ। ਉਹ ਤਾਂ ਇੰਨਾ ਸਮਾਂ ਹੋ ਗਿਆ ਕਾਂਗਰਸ ਅਕਾਲੀ ਕਾਂਗਰਸ ਅਕਾਲੀ, ਔਰ ਕਾਂਗਰਸੀਆਂ ਤੋਂ ਇਸ ਕਰਕੇ ਜ਼ਿਆਦਾ ਉਮੀਦ ਹੈ ਕਿਉਂਕਿ ਮਨਰੇਗਾ ਨੂੰ ਤਾਂ ਤੁਸੀਂ ਕਹਿ ਕੇ ਅਗਲੀ ਇਲੈਕਸ਼ਨ ਜਿੱਤੇ ਸੀ ਕਿ ਮਨਮੋਹਨ ਸਿੰਘ ਦੀ ਹੈ, ਤੇ ਤੁਸੀਂ ਕਿਉਂ ਨਹੀਂ ਉਹ ਕੀਤਾ? ਇਹ ਬਹੁਤ ਵੱਡਾ ਸਵਾਲ ਹੈ ਤੇ ਇਹ ਪੇਂਡੂ ਅਰਥ ਵਿਵਸਥਾ ਦਾ ਸਵਾਲ ਹੈ। ਬਾਕੀ ਇੱਕ ਗੱਲ ਹੁਣ ਮੈਨੂੰ ਲੱਗਦਾ ਪਾਲਿਸੀ ਮੇਕਰਾਂ ਨੂੰ ਸੋਚਣੀ ਪਏਗੀ, ਜੇ ਅੱਜ ਇਹ ਵੀ ਉਹ ਨਹੀਂ ਸੋਚ ਰਹੇ ਤਾਂ ਫਿਰ ਮਤਲਬ ਬਾਬਾ ਆਦਮੇ ਨਰਾਲਾ ਹੈ, ਅੱਖਾਂ ਮੀਚੀਆਂ ਹੋਈਆਂ ਨੇ। ਇਸ ਗੱਲ ਨੇ ਇਹ ਦੱਸਤਾ ਕਿ ਫਿਊਚਰ, ਕਦੇ ਕਿਹਾ ਜਾਂਦਾ ਸੀ ਭਾਰਤ ਪਿੰਡਾਂ ਦਾ ਦੇਸ਼ ਹੈ, ਪਰ ਪਿੰਡਾਂ ਵੱਲ ਹਮੇਸ਼ਾ ਹੀ ਪਿੱਠ ਰੱਖੀ ਹੈ ਸਾਰੀ ਪਾਲਿਸੀ ਦੇ ਲੈਵਲ ਤੇ। ਮੁੜ ਕੇ ਜੇ ਪਿੰਡ ਖੜੇ ਨਾ ਹੋਏ ਤਾਂ ਕੋਈ ਮਾਰਕੀਟ ਖੜੀ ਨਹੀਂ ਹੋਣੀ। ਅੱਜ ਵੀ ਪੰਜਾਬ ਦੀ ਅਰਥ ਵਿਵਸਥਾ ਅਰਥਚਾਰਾ ਜਿੰਨਾ ਕੁ ਧੜਕੂਗਾ ਉਹ ਪਿੰਡ ਦੀ ਕਣਕ ਨਾਲ ਧੜਕੂਗਾ। 30,000 ਕਰੋੜ ਰੁਪਇਆ ਆ ਰਿਹਾ ਹੁਣੇ, ਇਹਦੋਂ ਬਾਕੀ ਤਾਂ ਠੱਪ ਹੈ ਕੰਮ। ਤੇ ਅਗਲਾ ਜੇ ਝੋਨਾ ਠੀਕ ਤਰੀਕੇ ਨਾਲ ਲੱਗਿਆ ਅੱਜ ਤੋਂ, ਅਜੇ ਤੱਕ ਗੌਰਮੈਂਟ ਨੇ ਡੇਟ ਅਨਾਉਂਸ ਨਹੀਂ ਕੀਤੀ ਝੋਨੇ ਦੀ ਕਿੰਨੇ ਤਰੀਕ ਤੋਂ ਲੱਗਣਾ। ਉਹਦੇ ਲਈ 1 ਮਹੀਨਾ ਘੱਟੋ ਘੱਟ ਪਨੀਰੀ ਲਈ ਚਾਹੀਦਾ। ਜੇ 1 ਜੂਨ ਤੋਂ ਚਾਹੀਦਾ ਸੀ 1 ਜੂਨ ਦਾ ਤਾਂ ਕੀ ਕਰਦੇ ਸੀ ਬੈਠ ਕੇ? ਹੁਣ ਤੱਕ ਤਾਂ ਕਿਤੇ ਨਹੀਂ ਜਾ ਰਹੇ, ਘਰ ਬੈਠੇ ਹੋਏ ਨੇ। ਮੈਨੂੰ ਲੱਗਦਾ ਕਿ ਇਹਦੇ 'ਚ ਪੋਲਿਟਿਕਸ ਗਾਇਬ ਹੈ, ਸਿਆਸਤ ਗਾਇਬ ਹੈ, ਕੇਵਲ ਬਿਊਰੋਕ੍ਰੇਸੀ ਤੇ ਛੱਡਿਆ ਹੋਇਆ ਕੰਮ ਹੈ। ਜੇ ਸਿਆਸਤ ਇਹਦੇ ਵਿੱਚ ਹੁੰਦੀ, ਸਿਆਸਤਦਾਨ ਦੀ ਸੱਦ-ਪੁੱਛ ਹੁੰਦੀ ਤਾਂ ਘੱਟੋ ਘੱਟ ਲੋਕਾਂ ਨਾਲੋਂ ਤਾਂ ਵਿਚਰਦੇ, ਲੋਕ ਤਾਂ ਇਹਨਾਂ ਨੂੰ ਕਹਿੰਦੇ ਹੀ ਹੋਣਗੇ। ਔਰ ਜੇ ਕਹਿੰਦੇ ਹੋਣਗੇ ਤਾਂ ਤੁਸੀਂ ਕਦੋਂ ਅਨਾਉਂਸ ਕਰੋਗੇ? 10 ਤਰੀਕ ਨੂੰ ਕਿ 10 ਤਰੀਕ ਨੂੰ ਲਾ ਲਓ, ਤਾਂ ਝੋਨਾ ਕਦੋਂ ਤੋਂ ਬੀਜਣਗੇ? ਉਹ ਕਦੋਂ ਬੀਜਣ? ਉਦਣੇ ਪਿਆ ਉਹਦੇ ਕੋਲ ਥੈਲਾ ਤਿਆਰ ਕੀਤਾ ਵੀ ਚਲੋ ਜੀ ਚੱਕ ਕੇ ਪਾ ਦਿਓ। ਖੇਤੀ ਤਾਂ ਇਹੋ ਜਿਹਾ ਸੰਦ ਹੀ ਨਹੀਂ ਹੈ, ਟੈਕਨੀਕਲ ਚੀਜ਼ਾਂ ਥੋੜ੍ਹੀ ਨੇ, ਇੱਕ ਜੈਵਿਕ ਚੀਜ਼ ਹੈ। ਉਹਦੇ ਨਾਲ ਤੁਸੀਂ ਦੇਖਦੇ ਹੋ ਅਸੀਂ ਟੈਕਨੋਲੋਜੀ ਵੱਲ ਜਾ ਰਹੇ ਹਾਂ। ਸਾਨੂੰ ਅਸੀਂ ਰੋਜ਼ ਜਿਹਦੀ ਮਰਜ਼ੀ, ਮੈਂ ਬਿਆਨ ਸੁਣਦਾ ਚਾਹੇ ਐਗਰੀਕਲਚਰ ਡਿਪਾਰਟਮੈਂਟ ਦੀ ਜਿਹਦੀ ਮਰਜ਼ੀ, ਇੰਨੀ ਡਾਇਰੈਕਟ ਸੋਇੰਗ ਕਰਾ ਦਾਂਗੇ ਜੀ, ਇੰਨੀ ਬੈੱਡ ਪਲਾਂਟਿੰਗ ਹੋ ਜਾਏਗੀ ਜੀ, ਤਾਂ ਬਾਕੀ ਨੂੰ ਰੁਜ਼ਗਾਰ ਨਹੀਂ ਕਿਤੇ ਪੈਦਾ ਕਰਨਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਹਾਡੀ 10-15% ਤੋਂ ਬਾਅਦ ਨਾ ਡਾਇਰੈਕਟ ਸੋਇੰਗ ਹੋ ਸਕਦੀ ਹੈ ਤੇ ਨਾ ਬੈੱਡ ਪਲਾਂਟਿੰਗ ਹੋ ਸਕਦੀ ਹੈ। 30 ਲੱਖ ਹੈਕਟੇਅਰ ਦੇ ਵਿੱਚੋਂ ਤੁਹਾਨੂੰ 28-30 ਲੱਖ 25 ਲੱਖ ਉਵੇਂ ਲਵਾਉਣੀ ਪਊਗੀ, ਹੱਥਾਂ ਨਾਲ ਹੀ ਲਾਉਣੀ ਪਏਗੀ। ਇਹ ਤੋਂ ਬਿਨਾਂ ਕੋਈ ਇਲਾਜ ਨਹੀਂ। ਜੇ ਤੋਂ ਬਿਨਾਂ ਇਹਦੇ ਬਿਨਾਂ ਨਾ ਲੱਗੀ ਤਾਂ ਕਿਸੇ ਦੀ ਜਵਾਬਦੇਹੀ ਤਾਂ ਹੋਣੀ ਚਾਹੀਦੀ ਹੈ। ਇੱਕ ਆਖਰੀ ਸਵਾਲ ਹੈ ਕਿ ਸਰਕਾਰ, ਲੋਕੀ ਇਹ ਪੁੱਛ ਰਹੇ ਨੇ ਸੋਸ਼ਲ ਮੀਡੀਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ
ਕਿ ਘਰ ਘਰ ਰੋਜ਼ਗਾਰ ਤੇ ਤੁਸੀਂ ਦਿੱਤਾ ਨਹੀਂ, ਪਰ ਘਰ ਘਰ ਸ਼ਰਾਬ ਪਹੁੰਚਾਤੀ, ਕਿ ਤੁਹਾਡਾ ਧੰਨਵਾਦ ਬਣਦਾ ਹੈਗਾ। ਬਿਲਕੁਲ, ਲੋਕ ਵਿਚਾਰੇ ਕੀ ਕਰ, ਲੋਕਾਂ ਨੂੰ ਪੁੱਛਣਾ ਤਾਂ ਚਾਹੀਦਾ। ਰੋਜ਼ ਆ ਮਨਰੇਗਾ ਵਾਲੀਆਂ ਬੀਬੀਆਂ ਨੇ ਇਹੀ ਕਿਹਾ ਵੀ ਤੁਸੀਂ ਸਾਡੇ ਕਲੇਸ਼ ਪੈਦਾ ਕਰ ਰਹੇ ਹੋ ਲਿਆ ਕੇ, ਤੁਹਾਨੂੰ ਇਕੱਲਾ ਪੈਸਾ ਦਿੰਦਾ। ਪੈਸਾ ਵੀ ਕੋਈ ਪੈਸਾ ਚਾਹੀਦਾ ਸਰਕਾਰ ਨੂੰ, ਰੈਵਨਿਊ ਚਾਹੀਦਾ। ਹੁਣ ਇਹ ਤੁਸੀਂ 2 ਰੁਪਏ ਲੀਟਰ ਤੇ ਲਾਤਾ, ਇੱਕ ਟੈਕਸ ਲਾਤਾ ਤੁਸੀਂ, ਮੋਦੀ ਸਰਕਾਰ ਨੇ 10 ਔਰ 13 ਰੁਪਏ ਡੀਜ਼ਲ ਤੇ ਲਾਤਾ। ਤੁਸੀਂ ਇੱਕ ਪਾਲਿਸੀ ਬਣਾਈ ਸੀ, ਇੱਕ ਪਾਲਿਸੀ ਇਹ ਬਣਾਈ ਸੀ ਕਿ ਇਹ ਡੀਰੈਗੂਲੇਟਡ ਪਾਲਿਸੀ ਹੈ 2014 ਤੋਂ, ਜਿੰਨਾ ਇੰਟਰਨੈਸ਼ਨਲ ਮਾਰਕੀਟ 'ਚ ਘਟ ਜੂ ਉਹਨਾਂ ਤੁਹਾਨੂੰ ਫਾਇਦਾ, ਜਿੰਨਾ ਵੱਧ ਜੂ ਤੁਹਾਨੂੰ। ਅੱਜ ਤੱਕ ਕੋਈ ਘਟਾਇਆ 13 ਰੁਪਏ ਦਾ ਮਤਲਬ ਹੈ ਉਹ, ਤੇ 2 ਰੁਪਏ ਅਮਰਿੰਦਰ ਉਹਨਾਂ ਨੇ ਲਾਤੇ। ਇੱਕ ਤਾਂ ਇਹ ਫੈਡਰਲਿਜ਼ਮ ਦੀਆਂ ਧੱਦੀਆਂ ਨੇ, ਕਿਉਂਕਿ ਉਹਨਾਂ ਦਾ ਤਾਂ ਕਹਿੰਦੇ ਜਿਹੜਾ ਵਾਧੂ ਵੱਜ ਜਾਂਦਾ ਉਹ ਕੰਪਨੀਆਂ ਸਹਾਰ ਲੈਣਗੀਆਂ, ਕੰਪਨੀਆਂ ਨੂੰ ਪਹਿਲਾਂ ਪ੍ਰੋਫਿਟ ਦਵਾਇਆ ਹੈ। ਜਿਹੜਾ ਸਟੇਟਾਂ ਨੇ ਲਾਇਆ ਇਹ ਲੋਕਾਂ ਤੇ ਪਊਗਾ, ਤੇ ਫਿਰ ਸਟੇਟਾਂ ਵਾਲਾ ਵੀ ਕੰਪਨੀਆਂ ਨੂੰ ਦੇ ਦਿੰਦੇ। ਇਹ ਸਹਿਕਾਰੀ ਸੰਘਵਾਦ ਹੈ। ਦੂਜਾ ਇਹਦੇ 'ਚ ਨੁਕਸਾਨ ਇਹ ਹੈ ਕਿ 15 ਰੁਪਏ ਹੋ ਗਿਆ ਹੁਣ ਇੱਕ ਟਾਈਪ ਦਾ, ਔਰ ਉਹ 15 ਰੁਪਏ ਜੇਕਰ ਉਹ ਨਾ ਟੈਕਸ ਲਾਉਂਦੇ ਤਾਂ ਕੰਜ਼ਿਊਮਰ ਨੂੰ ਜਾਣਾ ਸੀ। ਔਰ 15 ਰੁਪਏ ਦਾ ਡੀਜ਼ਲ ਦਾ ਰੇਟ ਵਧਣ ਦਾ ਮਤਲਬ ਹੈ ਪੰਜਾਬ 'ਚ 40 ਲੱਖ ਕਿਲੋ ਲੀਟਰ ਡੀਜ਼ਲ ਲੱਗਦਾ। 50% ਟਰਾਂਸਪੋਰਟ 'ਚ ਹੈ ਤੇ 35% ਖੇਤੀ 'ਚ ਹੈ। 40 ਲੱਖ ਕਿਲੋ ਲੀਟਰ ਦਾ ਮਤਲਬ ਹੈ ਤੁਸੀਂ ਸਿੱਧਾ ਪੰਜਾਬ ਦੇ 2% ਨਾਲ ਹੀ 800 ਕਰੋੜ ਰੁਪਇਆ ਹੋ ਗਿਆ। 15 ਕਰੋੜ ਦਾ 15% ਨਾਲ ਉਹਨੂੰ ਮਲਟੀਪਲਾਈ ਕਰਕੇ ਦੇਖ ਲਓ, 15 ਚੌਕੇ 60, ਤਾਂ ਇਹ ਲਗਭਗ 6000 ਕਰੋੜ ਰੁਪਏ ਬਣਦਾ। ਔਰ ਇਹਦੇ ਨਾਲ ਦੀ ਨਾਲ ਜੇਕਰ ਇੰਨਾ ਬਰਡਨ, ਤੇ ਇਹਦੇ 'ਚੋਂ ਤੁਸੀਂ 13 ਲੱਖ ਕਿਲੋ ਲੀਟਰ ਕੱਲਾ ਪੰਜਾਬ ਦੀ ਖੇਤੀ ਤੇ ਖਰਚ ਹੁੰਦਾ, ਜਿਹੜਾ ਪੈਡੀ ਤੇ ਸਭ ਤੋਂ ਜ਼ਿਆਦਾ ਹੋਣਾ। ਬਿਲਕੁਲ। ਔਰ 11 ਲੱਖ ਕਿਲੋ ਲੀਟਰ ਦੇ 13 ਲੱਖ ਕਿਲੋ ਲੀਟਰ ਨੂੰ ਤੁਸੀਂ ਉਹ 15 ਨਾਲ ਗੁਣਾ ਕਰਕੇ ਦੇਖ ਲਓ, ਕਿਸਾਨ ਨੂੰ ਤੁਸੀਂ ਬੋਨਸ ਤਾਂ ਕੀ ਦੇਣਾ, ਉਹ ਤਾਂ ਮਾਰ ਤਾਂ 2 ਰੁਪਏ ਨਾਲ ਹੀ 260 ਕਰੋੜ ਰੁਪਏ ਉਹ ਤੇ ਭਾਰ ਪੈ ਰਿਹਾ। ਕੇਵਲ 2 ਰੁਪਏ ਨਾਲ ਉਹਦੇ 260 ਕਰੋੜ ਰੁਪਏ ਨਵਾਂ ਬਰਡਨ ਪੰਜਾਬ ਦੇ ਕਿਸਾਨ ਤੇ ਪੈ ਰਿਹਾ। ਤੇ ਤੁਸੀਂ ਕਿਹੜੇ ਕਿਸਾਨ ਦੀ ਗੱਲ ਕਰਦੇ, ਤੁਸੀਂ ਕਿਸਾਨ ਦੇ ਫੇਵਰ 'ਚ ਜਾਂ ਬਾਕੀ ਦੇ? ਹਾਂ, ਉਹੀ ਹੈ, ਉਹਨੂੰ ਸ਼ਾਬਾਸ਼ ਕੀ ਦੇਣੀ ਸੀ, ਤੈਨੂੰ ਬੋਨਸ ਦਿੰਦੇ ਆ, ਤੈਨੂੰ ਆਹ ਦਿੰਦੇ ਆ। ਔਰ ਪੰਜਾਬ ਦੇ ਕਿਸਾਨਾਂ ਨੇ, ਇਹਨਾਂ ਦਾ ਪਾਸ ਸਿਸਟਮ ਹੈ, ਜਦ ਮਰਜੀ ਕੋਈ ਇਨਕੁਆਰੀ ਕਰ ਲੇ, ਉੱਚ ਪੱਧਰੀ ਇਨਕੁਆਰੀ ਹੋ ਜੇ, ਪਾਸ ਸਿਸਟਮ ਫਲॉप ਰਿਹਾ ਜਿਹਨੂੰ ਇਹ ਕਹਿੰਦੇ ਨੇ। ਉਹ ਹੈ ਲੋਕਾਂ ਨੇ ਡਾਇਰੈਕਟ ਸੈਲਰਾਂ ਦੇ ਵਿੱਚ 1% ਕੱਟ ਲਾ ਕੇ ਆਪਣੀ ਕਣਕ ਵੇਚੀ ਹੈ, ਬਹੁਤ ਵੱਡੀ ਸੰਖਿਆ ਦੇ ਵਿੱਚ 1% ਕੱਟ ਲੈ ਕੇ। ਉੱਚ ਪੱਧਰੀ ਇਨਕੁਆਰੀ ਕਰਾ ਲੇ ਚੀਫ ਮਿਨਿਸਟਰ, ਫਿਰ ਆਪਦੇ ਜਿਹੜੇ ਆਪਦੀ ਪਿੱਠ ਤਪਤਾਉਂਦੇ ਅਫਸਰ ਨੇ ਉਹਨਾਂ ਨੂੰ ਪੁੱਛੇ ਕਿ ਕਿੱਥੇ ਗਿਆ। 1% ਕੱਟ 'ਚ ਵੱਡੀ ਮਾਤਰਾ ਦੇ ਵਿੱਚ ਡਾਇਰੈਕਟ ਸੈਲਰਾਂ 'ਚ ਕਣਕ ਤੁਲੀ ਹੈ। ਵੱਡਾ ਸਕੈਮ ਹੈ। ਤੁਸੀਂ ਕਿਸਾਨ ਨੂੰ ਖਾਧਾ ਉਸ ਮਾਮਲੇ ਦੇ ਵਿੱਚ, ਤੁਸੀਂ ਇਹਦੀ ਇਨਕੁਆਰੀ ਕਰਾ ਲਓ। ਚਲੋ ਭਾਈ ਜੀ, ਸਾਡੇ ਟਾਈਮ ਕਿਹੜਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਸਲਾ ਇਹ ਹੈ ਕਿ ਪੰਜਾਬ ਨਹੀਂ, ਪੂਰੇ ਦੇਸ਼ ਨੂੰ ਹੀ ਕਰੋਨਾ ਨੇ ਝੰਜੋੜ ਕੇ ਰੱਖ ਦਿੱਤਾ। ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਉਹ ਵੀ ਲੋਕਾਂ ਨੂੰ ਪਤਾ ਲੱਗ ਚੁੱਕੀਆਂ ਨੇ ਕਿ ਖੋਖਲੀਆਂ ਸਰਕਾਰਾਂ ਨੇ, ਤੇ ਸਮਾਜ ਵੀ ਇਹਨਾਂ ਲੋਕਾਂ ਨੇ ਖੋਖਲਾ ਬਣਾ ਦਿੱਤਾ। ਕੋਈ ਨੀਤੀ ਦੇ ਵਿੱਚ ਕੋਈ ਕਮੀ ਨਹੀਂ ਹੈ, ਗੱਲ ਹੈ ਨੀਅਤ ਦੀ। ਤੇ ਜਿੱਥੋਂ ਤੱਕ ਮਸਲਾ ਪੰਜਾਬ ਦਾ, ਕਿ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ, ਉਹਨਾਂ ਦਾ ਬਹੁਤ ਵੱਡਾ ਹੱਥ ਸੀ ਕਿ ਉਹ ਹੱਥ ਉਹ ਵਾਪਸ ਆਉਣਗੇ ਪੰਜਾਬ ਦੇ ਵਿੱਚ। ਤੇ ਪੰਜਾਬ ਜਿਹੜਾ ਖੇਤੀਬਾੜੀ ਪ੍ਰਧਾਨ ਸੂਬਾ, ਜਿਹੜੀ ਥੋੜ੍ਹੀ ਬਹੁਤੀ ਇਹਦੀ ਇੰਡਸਟਰੀ ਆ, ਉਹ ਜਿਹੜਾ ਵਿਕਾਸ ਦਾ ਪਈ ਆ, ਉਹ ਅੱਗੇ ਕਿਵੇਂ ਹੋਏਗਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਣੇ ਰਹੋ ਨਿਊਜ਼ ਦੇ ਨਾਲ।